तेरे भाणे सरबत दा भला विश्व में शांति बनी रहे। ਸਾਰਿਆਂ ਨੂੰ ਦੱਸਣਾ ਚਾਹਾਂਗਾ ਇਹ ਵਰਲਡ ਦਾ ਪਹਿਲਾ ਪੀਸ ਪੋਲ ਮੋਨੂਮੈਂਟ ਹੈ ਜਿੱਥੇ ਬਾਕੀ ਭਾਸ਼ਾਵਾਂ ਦੇ ਨਾਲ ਨਾਲ ਪੰਜਾਬੀ ਮਾਂ ਬੋਲੀ ਨੂੰ ਵੀ ਮਾਨਤਾ ਦਿੱਤੀ ਗਈ ਹੈ ਤੇ ਤੇਰੇ ਭਾਣੇ ਸਰਬਤ ਦਾ ਭਲਾ ਜਿਹੜਾ ਸਾਡਾ ਮੈਸੇਜ ਹੈ ਸਿੱਖਾਂ ਦਾ ਉਹਦੀ ਗੱਲ ਕੀਤੀ ਗਈ ਹੈ ਤੇ ਇੱਕ ਮੈਸੇਜ ਆਫ ਲਵ ਐਂਡ ਪੀਸ ਦਿੱਤਾ ਜਾ ਰਿਹਾ ਸਿਟੀ ਆਫ ਨਾਰਵਿਚ ਦੇ ਵਿੱਚ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਇਹੋ ਜਿਹੇ ਜਿਹੜੇ ਪ੍ਰੋਜੈਕਟਸ ਨੇ ਆਪਣੀ ਆਪਣੀ ਕਮਿਊਨਿਟੀਜ਼ ਵਿੱਚ ਜ਼ਰੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਜਸ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ। ਇਸ ਪ੍ਰੋਗਰਾਮ ਦੇ ਤਹਿਤ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਹਰ ਮਸਲਿਆਂ ਬਾਰੇ ਜਾਣਕਾਰੀ ਦੇ ਸਕੀਏ, ਭਾਵੇਂ ਉਹ ਮਸਲੇ ਪੰਥਕ ਹੋਣ, ਸਿਆਸੀ ਹੋਣ ਜਾਂ ਫਿਰ ਮਸਲੇ ਸਾਡੀ ਕਮਿਊਨਿਟੀ ਦੇ ਨਾਲ ਜੁੜੇ ਹੋਣ। ਔਰ ਜਦ ਅਮਰੀਕਾ ਦੀ ਧਰਤੀ ਦੇ ਉੱਤੇ ਅਸੀਂ ਆ ਕੇ ਰਹਿੰਦੇ ਹਾਂ ਤਾਂ ਕਈ ਸਾਰੀ ਗੱਲਾਂ ਜਿਹੜੀਆਂ ਸਾਨੂੰ ਸਿੱਖਣ ਨੂੰ ਵੀ ਮਿਲਦੀਆਂ ਔਰ ਕਈ ਸਾਰੀ ਗੱਲਾਂ ਸਾਨੂੰ ਸਮਝਣ ਨੂੰ ਵੀ ਮਿਲਦੀ ਹੈ। ਇੱਕ ਹੁੰਦੀ ਹੈ ਗੱਲਾਂ ਕਰਨਾ, ਇੱਕ ਹੁੰਦੀ ਹੈ ਗੱਲਾਂ ਨੂੰ ਅਮਲੀ ਜਾਮਾ ਪਹਿਨਾਉਣਾ, ਇੱਕ ਹੁੰਦੀ ਹੈ ਗੱਲ ਨੂੰ ਤੋੜ ਦੇਣਾ, ਇੱਕ ਹੁੰਦਾ ਗੱਲ ਨੂੰ ਇੰਪਲੀਮੈਂਟ ਕਰਨਾ। ਇਹਨਾਂ ਦੋਨਾਂ ਦੇ ਵਿੱਚ ਫਰਕ ਹੈ। ਅੱਜ ਇੰਪਲੀਮੈਂਟੇਸ਼ਨ ਦੀ ਗੱਲ ਕਰਾਂਗੇ ਕਿ ਇੰਪਲੀਮੈਂਟੇਸ਼ਨ ਕਿਵੇਂ ਕਰਨੀ ਚਾਹੀਦੀ ਹੈ। ਕਦੀ ਕਵਾਰ ਅਸੀਂ ਸਵੇਰੇ ਉੱਠਦੇ ਹਾਂ, ਆਪਣੇ ਯਾਰਾਂ ਦੋਸਤਾਂ ਨਾਲ ਜਾ ਕੇ ਬੈਠਦੇ ਹਾਂ, ਗੁਰੂ ਘਰ ਜਾਂਦੇ ਹਾਂ, ਉੱਥੇ ਗੱਲ ਕਰਦੇ ਹਾਂ, ਯਾਰ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਸਾਨੂੰ ਆਹ ਕੰਮ ਕਰਨਾ ਚਾਹੀਦਾ, ਜਾਂ ਫਿਰ ਅਸੀਂ ਐਵੇਂ ਕਰ ਲਈਏ, ਯਾਰ ਨਹੀਂ ਐਵੇਂ ਨਹੀਂ, ਐਵੇਂ ਠੀਕ ਹੈ। ਗੱਲਾਂ ਟੇਬਲ 'ਤੇ ਹੋ ਜਾਂਦੀਆਂ ਔਰ ਕਰਨੀ ਵੀ ਚਾਹੀਦੀਆਂ, ਗੱਲਾਂ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ। ਪਰ ਗੱਲਾਂ ਨੂੰ ਰੋਡ ਮੈਪ ਕਿਵੇਂ ਤਿਆਰ ਕਰਨਾ, ਇਹ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ, ਇਹ ਇੱਕ ਮਸਲਾ ਬਣ ਜਾਂਦਾ। ਜਦੋਂ ਇਹ ਮਸਲਾ ਬਣਦਾ ਹੈ ਤਾਂ ਫਿਰ ਇਹ ਮਸਲਾ ਸਾਂਝਾ ਹੋ ਜਾਂਦਾ। ਇਸ ਸਾਂਝੇ ਮਸਲੇ ਪ੍ਰੋਗਰਾਮ ਦੇ ਤਹਿਤ ਅੱਜ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਇੰਪਲੀਮੈਂਟੇਸ਼ਨ ਕਿਵੇਂ ਕੀਤੀ ਜਾ ਸਕਦੀ ਹੈ ਔਰ ਇੰਪਲੀਮੈਂਟ ਕੌਣ ਕਰ ਰਿਹਾ। ਮੈਂ ਤੁਹਾਨੂੰ ਇੱਕ ਸ਼ਖਸੀਅਤ ਨਾਲ ਮਿਲਾ ਰਿਹਾ ਜੋ ਕਿ ਅਮਰੀਕਾ ਦੇ ਵਿੱਚ ਰਹਿ ਕੇ ਸਿੱਖ ਅਵੇਅਰਨੈਸ ਜਿਹੜੀ ਹੈ ਉਹ ਇੱਕ ਅਜਿਹੀ ਸਟੇਟ ਦੇ ਵਿੱਚ ਲੈ ਕੇ ਆ ਰਿਹਾ ਔਰ ਮੈਂ ਅੱਜ ਰਿਕੋਗਨਾਈਜ਼ ਵੀ ਕੀਤਾ। ਅੱਜ ਮੈਂ ਜਦ ਇਸ ਸਿਟੀ ਦੇ ਵਿੱਚ ਘੁੰਮ ਰਿਹਾ ਸੀ ਤੇ ਕੋਈ ਮੈਨੂੰ ਅਜਿਹੀ ਨਜ਼ਰਾਂ ਨਾਲ ਨਹੀਂ ਵੇਖ ਰਿਹਾ ਸੀ ਕਿ ਜਿਵੇਂ ਮੈਨੂੰ ਹੋਰ ਵੱਖ-ਵੱਖ ਸਿਟੀ ਦੇ ਵਿੱਚ ਵੇਖਣ ਨੂੰ ਮਿਲਦਾ। ਜਦ ਮੈਂ ਕਿਸੇ ਰੈੱਡ ਨੈਕਸਟ ਸਟੇਟ ਦੇ ਵਿੱਚ ਚਲੇ ਜਾਵਾਂ ਤਾਂ ਕਦੀ ਕਵਾਰ ਉਹ ਸਾਨੂੰ ਐਵੇਂ ਵੇਖਦੇ ਨੇ ਕਿ ਇਹ ਪਤਾ ਨਹੀਂ ਕੌਣ ਨੇ। ਕਦੀ ਕਵਾਰ ਮੈਨੂੰ ਨਿਊਯਾਰਕ ਦੇ ਵਿੱਚ ਰਹਿ ਕੇ ਟ੍ਰੇਨਾਂ ਦੇ ਵਿੱਚ ਅਸਲਾਮ ਵਾਲੇਕੁਮ ਕਿਹਾ, ਕਈ ਵਾਰ ਮੈਨੂੰ ਐਵੇਂ ਦੇਖਿਆ ਗਿਆ ਕਿ ਮੈਂ ਪਤਾ ਨਹੀਂ ਕੌਣ ਆ। ਕਹਿਣ ਦਾ ਭਾਵ ਮੈਂ ਨਹੀਂ, ਇਹ ਸਿੱਖ ਕੌਣ ਨੇ। ਲੇਕਿਨ ਅੱਜ ਕਨੈਟੀਕਟ ਦੇ ਵਿੱਚ ਸਿਟੀ ਆਫ ਨਾਰਵਿਚ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ, ਜਦ ਉਹ ਸੜਕਾਂ ਦੇ ਉੱਤੇ ਤੁਰਦੇ ਨੇ ਤਾਂ ਉਹਨਾਂ ਨੂੰ ਸਾਰੇ ਹੈਲੋ ਕਹਿੰਦੇ ਨੇ, ਉਹਨਾਂ ਨੂੰ ਸਾਰੇ ਸਤਿ ਸ੍ਰੀ ਅਕਾਲ ਕਹਿੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕਿ ਆ ਜਾ ਰਿਹਾ ਸਿੱਖ। ਇਹ ਵੇਖ ਕੇ ਮੈਨੂੰ ਬੜਾ ਹੀ ਮਾਣ ਮਹਿਸੂਸ ਹੋਇਆ। ਅੱਜ ਮੇਰੇ ਨਾਲ ਰੂਬਰੂ ਨੇ ਸਿਟੀ ਆਫ ਨਾਰਵਿਚ ਤੋਂ ਸਵਰਨਜੀਤ ਸਿੰਘ ਖਾਲਸਾ, ਜੋ ਕਿ ਸਿਟੀ ਕੌਂਸਲ ਦੀ ਇੱਥੋਂ ਚੋਣ ਵੀ ਲੜ ਰਹੇ ਨੇ ਔਰ ਉਹਨਾਂ ਨੇ ਕਈ ਸਾਰੇ ਅਜਿਹੇ ਕੰਮ ਕੀਤੇ ਨੇ ਜੋ ਕਿ ਅੱਜ ਸਾਂਝੇ ਮਸਲੇ ਪ੍ਰੋਗਰਾਮ ਦੇ ਤਹਿਤ ਜਾਣਨ ਦੀ ਕੋਸ਼ਿਸ਼ ਕਰਾਂਗੇ। ਜਿਨ੍ਹਾਂ ਨੇ ਸਿੱਖ ਆਰਟ ਗੈਲਰੀ ਬਕਾਇਦਾ ਤੌਰ 'ਤੇ ਬਣਾਈ, ਵੈਲਕਮ ਸਾਇੰਸ ਲਾਏ ਜਿਹਦੇ ਵਿੱਚ ਜੀ ਆਇਆਂ ਨੂੰ ਬਕਾਇਦਾ ਤੌਰ 'ਤੇ ਲਿਖਿਆ ਗਿਆ, ਪੋਲੀਟੀਕਲ ਸਾਇੰਸ ਜਿਹੜੇ ਨੇ ਉਹ ਸਿਟੀ ਹਾਲ ਦੇ ਵਿੱਚ ਵੇਖਣ ਨੂੰ ਮਿਲੇ ਜਿਹਦੇ ਵਿੱਚ ਨਿਸ਼ਾਨ ਸਾਹਿਬ ਜਿਹੜਾ ਵੇਖਣ ਨੂੰ ਮਿਲਿਆ, ਔਰ ਪੀਸ ਪੋਲ ਦੇ ਵਿੱਚ ਸਰਬਤ ਦਾ ਭਲਾ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਉਹ ਇੱਥੇ ਸਿਟੀ ਆਫ ਨਾਰਵਿਚ ਦੇ ਵਿੱਚ ਵੇਖਣ ਨੂੰ ਮਿਲਿਆ। ਬਿਲ ਬੋਰਡਸ ਜਿਹੜੇ ਨੇ ਉਹ ਵੇਖਣ ਨੂੰ ਮਿਲੇ ਮਰੀਨਾ ਦੇ ਉੱਤੇ, ਜਿੱਥੇ ਬਕਾਇਦਾ ਤੌਰ 'ਤੇ ਬਿਲ ਬੋਰਡਸ ਦੇ ਉੱਤੇ ਸਿੱਖ ਜੈਨੋਸਾਈਡ ਦੀ ਗੱਲ ਕੀਤੀ ਗਈ। ਅਚੀਵਮੈਂਟਸ ਕਿਰਪਾਨ ਇਨ ਸਕੂਲਸ ਐਂਡ ਸਟੇਟ ਕੈਪੀਟਲ ਦੇ ਵਿੱਚ ਇਹਨਾਂ ਨੇ ਰਿਕੋਗਨਾਈਜ਼ ਕਰਵਾਈ। ਐਜੂਕੇਟਿਡ ਫਸਟ ਰਿਸਪੌਂਡਰ ਅਵਾਰਡਡ ਬਾਏ FBI। ਗਵਰਨਰ ਕਾਲਡ ਵੈਨ ਹੇਟ ਕ੍ਰਾਈਮ ਇਨ ਇੰਡੀਅਨਾਪੋਲਿਸ, ਉਹ ਵੀ ਗਵਰਨਰ ਨੇ ਇੱਥੇ ਰਿਕੋਗਨਾਈਜ਼ ਕੀਤੀ ਗੱਲ ਨੂੰ। ਹੀ ਇਜ਼ ਦੀ ਓਨਲੀ ਸਿੱਖ ਇਲੈਕਟਡ ਅਫੀਸ਼ੀਅਲ ਇਨ ਕਨੈਟੀਕਟ। ਐਂਡ ਇਹਨਾਂ ਨੇ ਅਪ੍ਰੈਲ 14 ਨੂੰ ਨੈਸ਼ਨਲ ਸਿੱਖ ਡੇ ਇਨ ਸੈਨੇਟ ਦੇ ਵਜੋਂ ਰਿਕੋਗਨਾਈਜ਼ ਕਰਾਇਆ। ਜੂਨ 1 ਨੂੰ ਸਿੱਖ ਮੈਮੋਰੀਅਲ ਡੇ, ਨਵੰਬਰ 1 ਨੂੰ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ, ਮਾਰਚ 11 ਨੂੰ ਸਿੱਖ ਫਲੈਗ ਨਿਸ਼ਾਨ ਸਾਹਿਬ ਡੇ, ਜੁਲਾਈ 21 ਨੂੰ ਸਿੱਖ ਵੈਟਰਨਸ ਡੇ। ਲਾਇਬ੍ਰੇਰੀ ਐਂਡ ਕਾਲਜਿਸ ਦੇ ਵਿੱਚ ਸਿੱਖ ਜੈਨੋਸਾਈਡ ਮੈਮੋਰੀਅਲ ਡਿਸਪਲੇ ਵੀ ਵੇਖਣ ਨੂੰ ਮਿਲਦੇ ਆ। ਬਕਾਇਦਾ ਤੌਰ 'ਤੇ ਇਹ ਜਿਹੜੇ ਪੇਸ਼ੇ ਤੋਂ ਬਿਜ਼ਨਸਮੈਨ ਨੇ, ਰੀਅਲ ਏਸਟੇਟ ਡਿਵੈਲਪਰ ਔਰ ਰਿਟੇਲ ਦਾ ਕੰਮ ਕਰਦੇ ਨੇ ਕਨੈਟੀਕਟ ਸਟੇਟ ਦੇ ਵਿੱਚ ਔਰ ਸਿਟੀ ਆਫ ਨਾਰਵਿਚ ਦੇ ਵਿੱਚ ਰਿਕੋਗਨਾਈਜ਼ ਕਰਾ ਰਹੇ ਨੇ ਸਿੱਖੀ ਨੂੰ। ਸੋ ਆਈ ਵੈਲਕਮ ਔਨ ਦਿਸ ਪ੍ਰੋਗਰਾਮ ਸਵਰਨਜੀਤ ਸਿੰਘ ਖਾਲਸਾ ਵਿਦ ਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਹਾਡਾ ਥੈਂਕ ਯੂ ਇੱਥੇ ਆਉਣ ਦਾ ਤੇ ਸਾਨੂੰ ਮੌਕਾ ਦੇਣ ਦਾ, ਤਾਂ ਜੋ ਵਰਲਡ ਵਾਈਡ ਸਾਰੇ ਸਿੱਖਾਂ ਨੂੰ ਪਤਾ ਲੱਗ ਸਕੇ ਵੀ ਕਿਹੜੇ ਕਿਹੜੇ ਕੰਮ ਹੋ ਰਹੇ ਨੇ, ਤਾਂ ਜੋ ਉਹ ਵੀ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਹੰਭਲੇ ਬੋਲ ਸਕਣ। ਬਿਲਕੁਲ ਸਵਰਨਜੀਤ ਜੀ, ਮੈਂ ਇੱਕ ਗੱਲ ਕੀਤੀ ਸਟਾਰਟਿੰਗ ਦੇ ਵਿੱਚ ਇੰਪਲੀਮੈਂਟੇਸ਼ਨ,
ਇੱਕ ਹੁੰਦੀ ਗੱਲਾਂ ਕਰਨੀਆਂ, ਇੱਕ ਗੱਲਾਂ ਨੂੰ ਇੰਪਲੀਮੈਂਟ ਕਰਨਾ। ਇਹ ਕਿਉਂ ਲੋੜ ਪੈ ਗਈ ਸੀ ਤੁਹਾਨੂੰ ਕਨੈਕਟੀਕਟ ਦੇ ਵਿੱਚ ਇਹ ਸਾਰੀ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਦੀ? ਦੇਖੋ ਸਾਡੇ ਜਿਹੜੇ ਵੀ ਕੰਮ ਨੇ ਓਵਰਆਲ, ਸਭ ਤੋਂ ਪਹਿਲਾਂ ਤਾਂ ਮੈਂ ਇਕੱਲਾ ਉਹਦਾ ਸ਼੍ਰੇ ਨਹੀਂ ਲੈਂਦਾ, ਕਿਉਂਕਿ ਪੂਰੀ ਇੱਕ ਟੀਮ ਕੰਮ ਕਰਦੀ ਹੈ। ਜਦੋਂ ਵੀ ਕੋਈ ਵੱਡੇ ਤੁਸੀਂ ਹਮਲੇ ਬੋਲਦੇ ਹੋ ਜਾਂ ਜਿਵੇਂ ਸਿੱਖ ਜੈਨੋਸਾਈਡ ਨੂੰ ਮਾਨਤਾ ਦਵਾਈ, ਤਾਂ ਮੈਂ ਸਮਝਦਾ ਵੀ ਸਾਰੇ ਹੀ ਵੀਰ ਭੈਣ ਜਿਨ੍ਹਾਂ ਨੇ ਵੀ ਹੈਲਪ ਕੀਤੀ ਉਹ ਸਾਰਿਆਂ ਨੂੰ ਹੀ ਕ੍ਰੈਡਿਟ ਜਾਂਦਾ ਇਹਦੇ ਵਿੱਚ। ਬਟ ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਇਹਦੀ ਕੀ ਜ਼ਰੂਰਤ ਸੀ ਜਾਂ ਇੱਛਾ ਕਿਵੇਂ ਪੈਦਾ ਹੋਈ ਵੀ ਇਹ ਕੰਮ ਕਰਨਾ ਚਾਹੀਦਾ। ਦੇਖੋ ਜਦੋਂ ਮੈਂ ਨਵਾਂ ਆਇਆ ਇੱਥੇ ਅਤੇ ਆਫ ਕੋਰਸ ਜਿਵੇਂ ਤੁਸੀਂ ਗੱਲ ਕੀਤੀ ਵੀ ਲੋਕੀ ਤੁਹਾਨੂੰ ਡਿਫਰੈਂਟ ਨਜ਼ਰ ਨਾਲ ਦੇਖਦੇ ਸੀ ਜਾਂ ਇੱਕ ਉਹਨਾਂ ਦੇ ਅੰਦਰ ਫੀਅਰ ਹੁੰਦਾ ਤੁਹਾਨੂੰ ਦੇਖ ਕੇ ਵੀ ਇਹ ਲੋਕ ਕੌਣ ਨੇ, ਕਿੱਥੋਂ ਦੇ ਨੇ। ਸੋ ਮੈਂ ਕਿਹਾ ਵੀ ਸਾਨੂੰ ਹੀ ਉਪਰਾਲਾ ਕਰਨਾ ਪੈਣਾ, ਸਾਡਾ ਹੀ ਫਰਜ਼ ਹੈ, ਹੋਰ ਤਾਂ ਕਿਸੇ ਨੇ ਆ ਕੇ ਕਰਨਾ ਨਹੀਂ। ਸੋ ਅਸੀਂ ਥਾਵਾਂ ਥਾਵਾਂ 'ਤੇ ਸਿੱਖ ਅਵੇਅਰਨੈਸ ਡੇ ਮਨਾਉਣੇ ਸ਼ੁਰੂ ਕਰਤੇ, ਬਰੋਸ਼ਰ ਵੰਡਣੇ ਸ਼ੁਰੂ ਕਰਤੇ। ਸੋ ਤਕਰੀਬਨ 3-4 ਸਾਲ ਅਸੀਂ ਉੱਤੇ ਵਰਕਆਊਟ ਕੀਤਾ ਰੂਟ ਲੈਵਲ ਦੇ ਉੱਤੇ, ਜਿਹਦੇ ਨਾਲ ਸਾਨੂੰ ਬੜੀ ਕਾਮਯਾਬੀ ਮਿਲੀ। ਅਤੇ ਈਵਨ ਕਿ ਸਾਨੂੰ ਸਿਟੀਆਂ ਦੇ ਜਿਹੜੇ ਵੱਖਰੇ ਵੱਖਰੇ ਮੇਅਰ ਸਨ, ਸਿਟੀ ਕਾਊਂਸਲ ਮੈਂਬਰ, ਸਟੇਟ ਸੈਨੇਟਰ, ਉਹਨਾਂ ਨੇ ਵੀ ਅਪਰੋਚ ਕਰਨਾ ਸ਼ੁਰੂ ਕੀਤਾ ਵੀ ਵੀ ਆਰ ਵਿਦ ਯੂ ਇਨ ਦਿਸ ਮਿਸ਼ਨ, ਬਈ ਅਸੀਂ ਵੀ ਨਹੀਂ ਚਾਹੁੰਦੇ ਵੀ ਕੋਈ ਹੇਟ ਕ੍ਰਾਈਮ ਸਾਡੀ ਸਟੇਟ ਦੇ ਵਿੱਚ ਹੋਏ। ਅਸੀਂ ਤਾਂ ਲਾਅ ਬਣਾ ਰਹੇ ਹਾਂ ਬਈ ਇਹਨਾਂ 'ਤੇ ਹੋਰ ਸਟ੍ਰਿਕਨੈਸ ਕੀਤੀ ਜਾਵੇ। ਸੋ ਇੱਕ ਇਹ ਪੁਸ਼ ਹੈਗਾ ਸੀ ਬਈ ਅਸੀਂ ਜਿੱਥੇ ਵੀ ਰਹੀਏ, ਖਾਲਸਾ ਹਮੇਸ਼ਾ ਇੱਕ ਸੋਵਰਨ ਆਇਡੈਂਟੀਟੀ ਦੀ ਤਰ੍ਹਾਂ ਹੀ ਵਿਚਰਦਾ ਅਤੇ ਉਹਨੂੰ ਉੱਦਾਂ ਹੀ ਵਿਚਰਨਾ ਚਾਹੀਦਾ। ਸੋ ਮੇਰਾ ਇਹ ਗੋਲ ਸੀ ਵੀ ਸਾਡਾ ਕੋਈ ਵੀ ਸਿੱਖ ਭੈਣ ਭਰਾ ਕਨੈਟੀਕਟ ਦੇ ਵਿੱਚ ਜਾਂ ਨਾਰਵਿਚ ਵਿੱਚ ਆਵੇ, ਉਹ ਇੱਕ ਕੰਫਰਟੇਬਲ ਮਹਿਸੂਸ ਕਰੇ ਇੱਥੇ ਘਰ ਲੈਣ ਦੇ ਵਿੱਚ, ਬਿਜ਼ਨਸ ਲੈਣ ਦੇ ਵਿੱਚ, ਇੱਥੇ ਆਪਣੀ ਫੈਮਿਲੀ ਨੂੰ ਰੇਜ਼ ਕਰਨ ਦੇ ਵਿੱਚ। ਸੋ ਉਹਦੇ ਤਹਿਤ ਹੀ ਸਾਡੇ ਜਿਹੜੇ ਸਾਰੇ ਪ੍ਰੋਜੈਕਟਸ ਚੱਲੇ ਨੇ, ਭਾਵੇਂ ਕੋਈ ਬਿਲਬੋਰਡ ਦੀ ਗੱਲ ਹੋਏ ਜਾਂ ਰੈਕੋਗਨੀਸ਼ਨਸ ਦੀ ਗੱਲ ਹੋਏ। ਸੋ ਸਾਡਾ ਮੇਨ ਗੋਲ ਇਹੀ ਹੈ ਵੀ ਇੰਪਲੀਮੈਂਟੇਸ਼ਨ ਇਜ਼ ਵੈਰੀ ਇੰਪੋਰਟੈਂਟ। ਗੱਲਾਂ ਤੱਕ ਗੱਲ ਕਰਕੇ ਗੱਲ ਨਹੀਂ ਸਾਡੀ ਬਣਨੀ, ਸਾਨੂੰ ਇੰਪਲੀਮੈਂਟੇਸ਼ਨ ਵਾਲੇ ਪਾਸੇ ਜਾਣਾ ਚਾਹੀਦਾ। ਅਤੇ ਮੈਂ ਹੋਪ ਕਰਦਾ ਵੀ ਤੁਹਾਡੇ ਵਿਊਅਰਸ ਜਿਹੜੇ ਵੀ ਇਹਨੂੰ ਦੇਖਣਗੇ ਉਹ ਵੀ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਇੱਥੋਂ ਜਿਹੜੇ ਆਈਡੀਆਜ਼ ਪਿਕ ਕਰਕੇ ਆਪਣੀਆਂ ਥਾਵਾਂ 'ਤੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਨਗੇ। ਬਿਲਕੁਲ। ਸੋ ਇੱਥੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਮੈਂ ਦਰਸ਼ਕਾਂ ਨੂੰ ਇਹ ਗੱਲ ਕਹਿ ਦੇਵਾਂ ਕਿ ਸਾਡੀ ਜਿਹੜੀ ਕੋਸ਼ਿਸ਼ ਹੈ ਉਹ ਸਾਡੀ ਕੋਸ਼ਿਸ਼ ਬਕਾਇਦਾ ਤੌਰ 'ਤੇ ਤੁਹਾਨੂੰ ਘਰਾਂ ਦੇ ਵਿੱਚ ਇਹ ਦੱਸਣ ਦੀ ਹੈ ਕਿ ਕਿਵੇਂ ਤੁਸੀਂ ਵੀ ਆਪਣੀ ਸਿਟੀ ਦੇ ਵਿੱਚ, ਆਪਣੇ ਟਾਊਨ ਦੇ ਵਿੱਚ ਅੱਜ ਹੀ ਰਿਕੋਗਨੀਸ਼ਨ ਕਰ ਸਕਦੇ ਹੋ। ਅੱਜ ਸਵਰਨਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਐਗਜ਼ਾਮਪਲ ਸੈੱਟ ਕਰ ਰਹੇ ਨੇ। ਜਿੱਥੇ ਅਸੀਂ ਸਿੱਖ ਰਿਕੋਗਨੀਸ਼ਨ ਦੀ ਗੱਲ ਕਰ ਰਹੇ ਹਾਂ, ਉੱਥੇ ਅਮਰੀਕਨ ਪੋਲੀਟਿਕਸ ਦੇ ਵਿੱਚ ਵੀ ਆਉਣਾ ਔਰ ਆਪਣੀ ਉੱਥੇ ਵੀ ਥਾਂ ਬਣਾਉਣੀ ਬੇਹੱਦ ਜ਼ਰੂਰੀ ਹੋ ਜਾਂਦਾ। ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇਹ ਗੱਲ ਗੁਰੂ ਸਾਹਿਬ ਵੱਲੋਂ ਜਦ ਕਹੀ ਗਈ ਸੀਗੀ, ਉਹਨਾਂ ਨੇ ਇਸੀ ਗੱਲ ਨੂੰ ਜਦ ਰਿਕੋਗਨਾਈਜ਼ ਕੀਤਾ ਅਤੇ ਅੱਜ ਅਸੀਂ ਇੱਥੇ ਆ ਕੇ ਇਸ ਗੱਲ ਨੂੰ ਸਮਝਦੇ ਵੀ ਹਾਂ। ਪਰ ਸਵਰਨਜੀਤ ਸਿੰਘ ਖਾਲਸਾ ਨੇ ਇਹਨੂੰ ਜ਼ਮੀਨੀ ਹਕੀਕਤ 'ਤੇ ਕਰਕੇ ਵਿਖਾਇਆ। ਇਹਨਾਂ ਨੇ ਸਿਟੀ ਆਫ ਨਾਰਵਿਚ ਦੇ ਵਿੱਚ #ਦਸਤਾਰ, #ਸਿੰਘ, #ਕੌਰ, ਸਿੱਖ ਜੈਨੋਸਾਈਡ 1984, ਜੀ ਆਇਆਂ ਨੂੰ ਦੇ ਸਾਈਨ, ਇਹ ਬਾਕਾਇਦਾ ਅਸੀਂ ਜਾ ਕੇ ਹਰ ਥਾਂ ਦੇ ਉੱਤੇ ਵੇਖੇ। ਔਰ ਜਦ ਮੈਂ ਸੜਕਾਂ ਦੇ ਉੱਤੇ ਉਹਨਾਂ ਬਿਲ ਬੋਰਡਸ ਦੇ ਉੱਤੇ ਖੜ੍ਹਾ ਸੀ ਤਾਂ ਕਈ ਗੋਰਿਆਂ ਨੇ ਹਾਰਨ ਵਜਾ ਕੇ ਸਵਰਨਜੀਤ ਸਿੰਘ ਖਾਲਸਾ ਨੂੰ ਰਿਕੋਗਨਾਈਜ਼ ਵੀ ਕੀਤਾ। ਇਹਨੂੰ ਕਹਿੰਦੇ ਰਿਕੋਗਨੀਸ਼ਨ, ਇਹਨੂੰ ਕਹਿੰਦੇ ਅਚੀਵਮੈਂਟ ਜਿਹੜੀ ਅਸੀਂ ਭਾਲਦੇ ਹਾਂ। ਇਹਨੂੰ ਕਹਿੰਦੇ ਆ ਜਦ ਅਸੀਂ ਆਪਣੇ ਟਾਊਨਾਂ ਦੇ ਵਿੱਚ ਸਿੱਖ ਡੇ ਪਰੇਡ ਕੱਢਦੇ ਹਾਂ ਜਾਂ ਗੁਰੂ ਘਰਾਂ ਦੇ ਵਿੱਚ ਅਸੀਂ ਪੋਲੀਟੀਸ਼ੀਅਨਸ ਨੂੰ ਬੁਲਾਉਂਦੇ ਹਾਂ, ਪਰ ਅਸੀਂ ਖਟਿਆ ਕੀ? ਸਵਰਨਜੀਤ ਸਿੰਘ ਖਾਲਸਾ ਨੇ ਉਹ ਖਟਿਆ ਵੀ। ਇਹਨਾਂ ਨੇ ਕਈ ਸਾਰੀ ਓਫੀਸ਼ੀਅਲ ਸਟੇਟਮੈਂਟਸ, ਕਈ ਸਾਰੇ ਸਾਈਟੇਸ਼ਨਸ, ਕਈ ਸਾਰੇ ਐਕਨੋਲੇਜਮੈਂਟ ਜਿਹੜੇ ਆ ਬਕਾਇਦਾ ਤੌਰ 'ਤੇ ਸਿਟੀ ਆਫ ਨਾਰਵਿਚ ਤੋਂ ਲਿੱਤੀ। ਇੱਕ ਇਹਨਾਂ ਦੀ ਜਿਹੜੀ ਓਫੀਸ਼ੀਅਲ ਸਟੇਟਮੈਂਟ ਬਕਾਇਦਾ ਤੌਰ 'ਤੇ ਗਵਰਨਰ ਵੱਲੋਂ ਜਦ ਜਨਤਕ ਹੋਈ, ਉਹਨੇ ਇੱਕ ਰਿਕੋਗਨੀਸ਼ਨ ਬਣਾਈ। ਸਟੇਟ ਆਫ ਕਨੈਕਟੀਕਟ ਇੱਕ ਚੀਜ਼ ਦੀ ਤੁਹਾਨੂੰ ਇਜਾਜ਼ਤ ਦਿੰਦਾ, ਉਹ ਕੀ ਹੈ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਸ ਓਫੀਸ਼ੀਅਲ ਸਟੇਟਮੈਂਟ ਨੂੰ। ਬਿਲਕੁਲ ਜੀ, ਜਿਹੜੀਆਂ ਰੈਕੋਗਨੀਸ਼ਨਸ ਨੇ ਪਹਿਲਾਂ ਤਾਂ ਉਹਨਾਂ ਦਾ ਮਕਸਦ ਹੁੰਦਾ ਵੀ ਓਵਰਆਲ ਕੋਈ ਵੀ ਜਿਹੜਾ ਕਨੈਟੀਕਟ ਦਾ ਵਸਿੰਦਾ ਰਾਈਟ, ਉਹਦੇ ਲਈ ਉਹ ਚੀਜ਼ ਨੂੰ ਅੰਡਰਸਟੈਂਡ ਕਰਨਾ ਈਜ਼ੀ ਹੋ ਜਾਂਦਾ, ਕਿਉਂਕਿ ਹੀ ਇਜ਼ ਆਲਰੇਡੀ ਹੈਜ਼ ਟਾਈਜ਼ ਵਿਦ ਦ ਗਵਰਨਰ, ਹੀ ਆਲਰੇਡੀ ਨੋਜ਼ ਹੂ ਇਜ਼ ਦ ਗਵਰਨਰ ਆਫ ਮਾਈ ਸਟੇਟ। ਸੋ ਉਹ ਇੰਟਰਸਟਿਡ ਹੁੰਦਾ ਜਾਣਨ ਦੇ ਲਈ ਵੀ ਉਹਦੇ ਗਵਰਨਰ ਨੇ ਕੀ ਗੱਲ ਕੀਤੀ। ਸੋ ਬੜੀਆਂ ਸਾਨੂੰ ਇੱਥੇ ਰੈਕੋਗਨੀਸ਼ਨਸ ਮਿਲੀਆਂ ਨੇ ਜਿਵੇਂ ਤੁਸੀਂ ਦੱਸਿਆ, ਪਰ ਮੰਥ ਆਫ ਜੂਨ ਵਾਜ਼ ਰੈਕੋਗਨਾਈਜ਼ਡ ਐਜ਼ ਸਿੱਖ ਮੈਮੋਰੀਅਲ ਮੰਥ, ਸ਼ਹੀਦਾਂ ਦੀ ਯਾਦ ਦੇ ਵਿੱਚ। ਅਤੇ ਉਹਨਾਂ ਦੀ ਓਫੀਸ਼ੀਅਲ ਸਟੇਟਮੈਂਟ ਦੇ ਵਿੱਚ ਜੇ ਤੁਸੀਂ ਪੜ੍ਹੋ, ਉਹਨਾਂ ਨੇ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਸਿੱਖ ਸਿਵਲ ਰਾਈਟ ਮੂਵਮੈਂਟ ਦਾ ਮੋਹਰੀ ਕਹਿ ਕੇ ਦੱਸਿਆ,
ਉੱਥੇ ਉਹਨਾਂ ਨੇ ਇਹ ਵੀ ਦੱਸਿਆ ਵੀ 80% ਜਿਹੜੇ ਸਿੱਖ ਨੇ ਇੰਡੀਅਨ ਆਕੂਪਾਈਡ ਪੰਜਾਬ ਵਿੱਚ ਰਹਿੰਦੇ ਨੇ ਅਤੇ ਉਹ ਸੈਲਫ ਡਿਟਰਮੀਨੇਸ਼ਨ ਦੀ ਮੰਗ ਉੱਥੋਂ ਉੱਠ ਰਹੀ ਹੈ। ਅਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਇਹਨਾਂ ਦੀ ਜਿਹੜੀ ਵੀ ਮੂਵਮੈਂਟ ਚੱਲੀ ਹੈ ਉਹ ਯੂਨਾਈਟਿਡ ਨੇਸ਼ਨ ਦੀ ਗਾਈਡਲਾਈਨਸ ਦੇ ਵਿੱਚ ਹੀ ਚੱਲੀ ਹੈ। ਸੋ ਅਸੀਂ ਇਹ ਇੱਕ ਤਾਂ ਦੇਖੋ ਇਹ ਐਜੂਕੇਸ਼ਨ ਹੈ, ਨਾਲੇ ਦੂਜਾ ਇਹ ਫੈਕਟਰ ਹੈ ਵੀ ਐਜ਼ ਅ ਸਿੱਖ ਜਦ ਤੱਕ ਸਾਨੂੰ ਆਪਣੇ ਇਤਿਹਾਸ ਬਾਰੇ ਨਹੀਂ ਪਤਾ ਹੋਏਗਾ, ਜਦ ਤੱਕ ਜੋ ਸਾਡੇ ਨਾਲ ਹੋਇਆ ਅਸੀਂ ਉਹਦੇ ਬਾਰੇ ਨਹੀਂ ਜਾਣਾਂਗੇ, ਵੀ ਕੈਨੋਟ ਫੀਲ ਕੰਫਰਟੇਬਲ ਇਨ ਆਰ ਓਨ ਸਕਿਨ। ਸੋ ਸਾਡੇ ਜੋ ਕੌਨਫੀਡੈਂਸ ਲੈਵਲ ਨਹੀਂ ਆ ਸਕਦਾ। ਸੋ ਜਿੱਥੇ ਇਹ ਚੀਜ਼ਾਂ ਬੂਸਟ ਕਰਦੀਆਂ ਨੇ ਕੌਨਫੀਡੈਂਸ ਵਿਦ ਇਨ ਦ ਕਮਿਊਨਿਟੀ, ਉੱਥੇ ਲੋਕਾਂ ਨੂੰ ਵੀ ਅੰਡਰਸਟੈਂਡਿੰਗ ਵਿੱਚ ਹੈਲਪ ਕਰਾਉਂਦੀਆਂ ਨੇ ਬਈ ਲੋਕ ਜਿਹੜੇ ਸਿੱਖ ਨੇ ਉਹ ਅਮਰੀਕਾ ਕਿਉਂ ਮੂਵ ਹੋਏ ਜੀ। ਆਫ ਕੋਰਸ ਏਡੇ ਲੋਕਾਂ ਨੇ ਅਸਾਈਲਮ ਲਿੱਤੀ, ਕਿਉਂ ਲਿੱਤੀ? ਰਾਈਟ। ਸੋ ਇਹ ਜਿਹੜੇ ਕੁਝ ਪੁਆਇੰਟਸ ਨੇ, ਜਾਂ ਜਿਵੇਂ US ਸੈਨੇਟਰ ਕ੍ਰਿਸ ਮਰਫੀ ਨੇ ਸੈਨੇਟ ਦੇ ਵਿੱਚ ਰੈਜ਼ੋਲੂਸ਼ਨ ਪਾਈ 469 ਟੂ ਰੈਕੋਗਨਾਈਜ਼ ਵਿਸਾਖੀ। ਫਸਟ ਟਾਈਮ ਸੈਨੇਟ ਦੇ ਵਿੱਚ ਸਿੱਖਾਂ ਦੀ ਕੋਈ ਰੈਜ਼ੋਲੂਸ਼ਨ ਪਈ। ਬਿਲਕੁਲ। ਸੋ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਕੱਲੀਆਂ ਸਾਡੀਆਂ ਅਚੀਵਮੈਂਟਸ ਨਹੀਂ, ਪੂਰੇ ਖਾਲਸਾ ਪੰਥ ਦੀਆਂ ਅਚੀਵਮੈਂਟਸ ਨੇ। ਕਰੈਕਟ। ਜਾਂ ਨਿਸ਼ਾਨ ਸਾਹਿਬ ਜਿਹਨੂੰ ਕਿ ਟਾਰਗੇਟ ਕੀਤਾ ਜਾ ਰਿਹਾ ਸੀ, ਉਹਨੇ ਹੀ ਦਿਨਾਂ ਦੇ ਵਿੱਚ ਨਿਸ਼ਾਨ ਸਾਹਿਬ ਡੇ ਨੂੰ ਰੈਕੋਗਨਾਈਜ਼ ਕਰਨਾ, ਲੈਫਟੀਨੈਂਟ ਗਵਰਨਰ ਦੀਆਂ ਸਟੇਟਮੈਂਟਸ ਇੱਥੇ ਪਈਆਂ ਨੇ, ਤੁਸੀਂ ਦੇਖ ਸਕਦੇ ਹੋ। ਅਤੇ ਸਿੱਖ ਆਰਟ ਗੈਲਰੀ ਵੀ ਬਣਾਉਣ ਦਾ ਰੀਜ਼ਨ ਇਹੀ ਹੈ ਵੀ ਸਾਡੇ ਕੋਲ ਆਪਣਾ ਇਤਿਹਾਸ ਸੰਭਾਲਣ ਦੀ ਕੋਈ ਇੱਕ ਜਗ੍ਹਾ ਹੋਣੀ ਚਾਹੀਦੀ ਹੈ। ਸੋ ਇਹੋ ਜਿਹੀਆਂ ਮੈਂ ਸਮਝਦਾ ਵੀ ਹਰ ਸਟੇਟ ਦੇ ਵਿੱਚ ਇੱਕ ਸਾਨੂੰ ਆਰਟ ਗੈਲਰੀ ਵੀ ਬਣਾਉਣੀ ਚਾਹੀਦੀ ਹੈ। ਅਤੇ ਆਰਟ ਦੇ ਨਾਲ ਇਹ ਹੁੰਦਾ ਵੀ ਜਦੋਂ ਕੋਈ ਓਪਰਾ ਬੰਦਾ ਤੁਹਾਨੂੰ ਮਿਲਦਾ, ਆਰਟ ਇਜ਼ ਅ ਲੈਂਗੁਏਜ, ਇਟਸ ਅ ਯੂਨੀਵਰਸਲ ਲੈਂਗੁਏਜ, ਇਟਸ ਈਜ਼ੀ ਫॉर ਹਿਮ ਟੂ ਅੰਡਰਸਟੈਂਡ ਔਰ ਹਰ ਟੂ ਅੰਡਰਸਟੈਂਡ what happened to the community, ਤੁਹਾਡੇ ਮਸਲੇ ਕੀ ਨੇ, ਤੁਹਾਡੇ ਗੋਲਸ ਕੀ ਨੇ, ਤੁਹਾਡੀਆਂ ਰੈਕੋਗਨੀਸ਼ਨਸ ਕੀ ਨੇ, ਤੁਹਾਡਾ ਫੇਥ ਕੀ ਹੈ, ਤੁਹਾਡੇ ਆਰਟੀਕਲ ਆਫ ਫੇਥ ਕੀ ਨੇ। ਸੋ ਸਾਡਾ ਇਹ ਬਣਾਉਣ ਦਾ ਇੱਕ ਮਕਸਦ ਸੀ ਸਿੱਖ ਆਰਟ ਗੈਲਰੀ। ਅਤੇ ਈਵਨ ਕਿ ਜਿਹੜੀ ਵੈਬਸਾਈਟ ਦੇ ਉੱਤੇ ਜਾ ਕੇ ਜੇ ਕਿਸੇ ਨੇ ਆਪਣੇ ਸ਼ਹਿਰ ਦੇ ਵਿੱਚ ਕੋਈ ਰੈਕੋਗਨੀਸ਼ਨ ਕਰਨੀ ਹੋਏ, ਉਹ ਡਾਊਨਲੋਡ ਕਰ ਸਕਦਾ PDF ਜੋ ਰੈਕੋਗਨੀਸ਼ਨ ਸਾਨੂੰ ਕਨੈਟੀਕਟ ਵਿੱਚ ਮਿਲੀਆਂ, ਜੋ ਕਿ ਉਹਦੇ ਸਪੋਰਟਿੰਗ ਡਾਕੂਮੈਂਟਸ ਦਾ ਰੋਲ ਨਿਭਾਉਣਗੀਆਂ। ਪਲੱਸ ਅਸੀਂ ਫਾਰਮੈਟ ਬਣਾ ਕੇ ਵੈਬਸਾਈਟ 'ਤੇ ਪਾਏ ਹੋਏ ਨੇ ਤਾਂ ਜੋ ਹਰ ਬੰਦੇ ਦਾ ਕੰਮ ਬੜਾ ਈਜ਼ੀ ਹੋ ਜਾਏ ਇਹ ਕਰਨ ਦੇ ਵਿੱਚ। ਪਰ ਆਫ ਕੋਰਸ ਥੋੜ੍ਹਾ ਇਨੀਸ਼ੀਏਟਿਵ ਸਾਡੇ ਸਾਰੇ ਭਰਾਵਾਂ ਨੂੰ ਲੈਣਾ ਪਏਗਾ ਆਪਣੀ ਆਪਣੀ ਸਟੇਟ ਦੇ ਵਿੱਚ। ਬਿਲਕੁਲ। ਤਾਂ ਜੋ ਜਿਹੜੀ ਸਿੱਖਾਂ ਦੀ ਇੱਕ ਇਮੇਜ ਹੈ, ਇੱਕ ਪ੍ਰਫੁੱਲਤ ਇਮੇਜ, ਉਹ ਅਸੀਂ ਹੋਰ ਨਿਖਾਰ ਸਕੀਏ। ਬਿਲਕੁਲ। ਇੱਕ ਮੈਂ ਦਰਸ਼ਕਾਂ ਦੇ ਨਾਲ ਸਟੇਟਮੈਂਟ ਆਫੀਸ਼ੀਅਲ ਸਟੇਟਮੈਂਟ ਜਿਹੜੀ ਇਹਨਾਂ ਨੇ ਰਿਕੋਗਨਾਈਜ਼ ਕਰਾਈ ਹੈ, ਮੈਂ ਜ਼ਰੂਰ ਪੜ੍ਹ ਕੇ ਵੀ ਦੱਸਣਾ ਚਾਹੁੰਦਾ। ਉਹਦਾ ਮਤਲਬ ਵੀ ਜਿਹੜਾ ਅਸੀਂ ਸੁਰਨਜੀਤ ਸਿੰਘ ਹੋਰਾਂ ਤੋਂ ਜਾਣਾਂਗੇ। ਇਹਨਾਂ ਨੇ ਇੱਕ ਆਫੀਸ਼ੀਅਲ ਸਟੇਟਮੈਂਟ ਦੇ ਵਿੱਚ ਜਿਹੜੀ ਕਿ ਗਵਰਨਰ ਵੱਲੋਂ ਸਟੇਟ ਆਫ ਕਨੈਕਟੀਕਟ ਦੇ ਜਿਹੜੇ ਗਵਰਨਰ ਨੇ ਉਹਨਾਂ ਨੇ ਜਨਤਕ ਕੀਤੀ ਹੈ। ਇੱਕ ਸਟੇਟਮੈਂਟ ਮੈਂ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਲਿਖਿਆ ਵੇਅਰ ਐਜ਼ ਆਈ ਵਿਟਨੈਸਿਸ ਜਰਨਲਿਸਟ ਐਂਡ ਹਿਊਮਨ ਰਾਈਟਸ ਐਕਟਿਵਿਸਟ ਹੈਵ ਕੰਪਾਈਲਡ ਐਵੀਡੈਂਸ ਸ਼ੋਇੰਗ that Indian Army took this illegal action in violation of Geneva Conventions and carried pre-planned attack on orders of Indian Prime Minister Indira Gandhi to end Sikh civil rights movement led by Sant Jarnail Singh Khalsa Pindrawale। ਬਿਲਕੁਲ ਜੀ, ਇਹ ਇੱਕ ਬੜੀ ਹੀ ਇੰਪੋਰਟੈਂਟ ਮੈਂ ਸਮਝਦਾ ਵੀ ਕੌਮ ਦੇ ਕੋਲ ਡਾਕੂਮੈਂਟੇਸ਼ਨ ਹੈ ਬਈ ਇੱਕ ਸਟੇਟ ਦਾ, ਅਮਰੀਕਾ ਦੀ ਸਟੇਟ ਕਨੈਟੀਕਟ ਜਿਹਨੂੰ ਕੌਨਸਟੀਟਿਊਸ਼ਨ ਸਟੇਟ ਕਿਹਾ ਜਾਂਦਾ, ਜਿਹੜੀ ਵਨ ਆਫ ਦਾ ਰਿਚੈਸਟ ਸਟੇਟ ਹੈ, ਉਹਦਾ ਗਵਰਨਰ ਤੁਹਾਡੀ ਗੱਲ ਕਰ ਰਿਹਾ ਬਈ ਜੂਨ 1984 ਦੇ ਵਿੱਚ ਜਿਹੜਾ ਆਪਰੇਸ਼ਨ ਬਲੂ ਸਟਾਰ ਕਹਿ ਕੇ ਸੱਦਿਆ ਜਾਂਦਾ ਇੰਡੀਆ ਵੱਲੋਂ, ਉਹ ਇੱਕ ਪ੍ਰੀ ਪਲੈਨਡ ਅਟੈਕ ਸੀ ਜੋ ਕਿ ਹੁਣ ਸਾਰੇ ਦਸਤਾਵੇਜ਼ ਸਾਰਿਆਂ ਦੇ ਸਾਹਮਣੇ ਨੇ। ਕਿੱਦਾਂ ਦਰਬਾਰ ਸਾਹਿਬ ਦੇ ਮਾਡਲ ਬਣੇ, ਕਿੱਦਾਂ ਉਹਨਾਂ ਦੇ ਉੱਤੇ ਫੌਜਾਂ ਚੜ੍ਹਾ ਕੇ ਪ੍ਰੈਕਟਿਸ ਕੀਤੀ ਗਈ। ਸੋ ਇਹਦੇ ਵਿੱਚ ਇੱਕ ਇਹ ਵੀ ਚੀਜ਼ ਆ ਜਾਂਦੀ ਹੈ। ਦੂਜਾ, ਇੰਟਰਨੈਸ਼ਨਲ ਲਾਅ ਦੇ ਅਧੀਨ ਵੀ ਆਪਣੀ ਜਿਹੜੀ ਆਰਮੀ ਹੈ ਆਪਣੇ ਲੋਕਾਂ ਦੇ ਉੱਤੇ ਚੜ੍ਹ ਕੇ ਨਹੀਂ ਆ ਸਕਦੀ। ਸੋ ਇਹ ਜਨੀਵਾ ਕਨਵੈਨਸ਼ਨ ਦੀ ਵੀ ਉਲੰਘਣਾ ਸੀ ਜਿਹੜੀ ਕਿ ਇੰਡੀਅਨ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ ਕੀਤੀ ਉਸ ਟਾਈਮ। ਠੀਕ ਹੈ। ਸੋ ਇਹਦੇ ਵਿੱਚੋਂ ਇਹ ਵੀ ਦਰਸਾਉਂਦੇ ਨੇ। ਪਲੱਸ ਇਹ ਵੀ ਇਹਦੇ ਵਿੱਚੋਂ ਨਜ਼ਰ ਆਉਂਦਾ ਵੀ ਉਸ ਟਾਈਮ ਚੱਲ ਕੀ ਰਿਹਾ ਸੀ, ਵੀ ਅਟੈਕ ਹੋਇਆ ਕਿਉਂ? ਬੁਨਿਆਦੀ ਹੱਕਾਂ ਦੇ ਲਈ, ਪੰਜਾਬ ਦੇ ਹੱਕਾਂ ਦੇ ਲਈ, ਇਕੁਐਲਿਟੀ ਦੀ ਲਈ, ਸਿੱਖ ਹਿਊਮਨ ਰਾਈਟਸ ਦੇ ਲਈ, ਬਈ ਸਿੱਖਾਂ ਨੂੰ ਕਿਉਂ ਵੱਖਰੇ ਤੌਰ ਦੇ ਉੱਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜਦ ਕਿ ਉਹ ਵੀ ਇਕੁਅਲ ਨਾਗਰਿਕ ਨੇ, ਫਸਟ ਕਲਾਸ ਸਿਟੀਜ਼ਨ ਬਣ ਕੇ ਰਹਿਣਾ ਚਾਹੁੰਦੇ ਨੇ ਮੁਲਕ ਦੇ ਵਿੱਚ। ਸੋ ਇਹਦੇ 'ਚੋਂ ਉਹ ਵੀ ਨਜ਼ਰ ਆਉਂਦਾ ਵੀ ਉਸ ਟਾਈਮ ਇੱਕ ਸਿੱਖ ਸਿਵਲ ਰਾਈਟ ਮੂਵਮੈਂਟ ਸੀ, ਜਿਵੇਂ ਕਿ ਅਮਰੀਕਾ ਦੇ ਵਿੱਚ ਵੀ ਸਿਵਲ ਰਾਈਟ ਮੂਵਮੈਂਟ ਚੱਲੀ ਸੀ। ਸੋ ਉਦੋਂ ਜਿਹੜੀ ਉਸ ਮੂਵਮੈਂਟ ਨੂੰ ਲੀਡ ਕਰ ਰਹੇ ਸਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਲੀਡ ਕਰ ਰਹੇ ਸਨ। ਸੋ ਮੈਂ ਸਮਝਦਾ ਵੀ ਇਹ ਸਾਰੇ ਜਿਹੜੇ ਦਸਤਾਵੇਜ਼ ਕੌਮ ਦੇ ਕੋਲ ਇੱਕ ਤਿਆਰ ਹੋ ਰਹੇ ਨੇ ਹੌਲੀ ਹੌਲੀ, ਵੀ ਤੁਹਾਡੀ ਜਿਹੜੀ ਗੱਲ ਹੈ ਉਹ ਇੱਕ ਪ੍ਰੋਪਰ ਚੈਨਲਾਈਜ਼ ਤਰੀਕੇ ਦੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਆ ਰਹੀ ਹੈ। ਬਿਲਕੁਲ। ਔਰ ਮੈਂ ਇੱਥੇ ਵੀ ਜ਼ਰੂਰ ਜਾਣਾ ਚਾਹਾਂਗਾ,
ਹੁਣ ਸਿੰਘ ਫੋਰ ਸਿਟੀ ਕਾਉਂਸਲ ਫਰੋਮ ਸਿਟੀ ਆਫ ਨਾਰਵਿਚ ਜਿਹੜਾ ਉਹ ਮੈਂ ਬੈਨਰ ਵੀ ਹਰ ਥਾਵਾਂ ਤੇ ਦੇਖ ਰਿਹਾ, ਘਰਾਂ ਦੇ ਅੱਗੇ ਵੇਖ ਰਿਹਾ। ਸੋ ਸਿੱਖ ਅਵੇਅਰਨੈਸ ਤੋਂ ਪੋਲਿਟਿਕਸ ਦੇ ਵਿੱਚ ਆਉਣ ਦੀ ਕਿਉਂ ਲੋੜ ਪਈ? ਮੈਂ ਜੀ ਐਕਚੁਅਲੀ ਮੇਰਾ ਗੋਲ ਪੋਲਿਟਿਕਸ ਨਹੀਂ ਸੀ। ਈਵਨ ਕਿ ਮੇਰੀ ਫੈਮਿਲੀ ਵੀ ਸੰਘਰਸ਼ਾਂ ਦੇ ਨਾਲ ਜੁੜੀ ਹੋਈ ਹੈ। ਮੇਰੇ ਦਾਦਾ ਜੀ ਵੀ ਕਾਫੀ ਲੰਬਾ ਚਿਰ ਉਹਨਾਂ ਨੇ ਜੇਲ੍ਹ ਵੀ ਕੱਟੀ ਸਿੱਖ ਸੰਘਰਸ਼ ਦੇ ਵਿੱਚ। ਬਟ ਪੁਆਇੰਟ ਇਹ ਹੈਗਾ, ਵੀ ਸ਼ੁੱਡ ਬੀ ਐਕਟਿਵ ਇਨ ਆਰ ਕਮਿਊਨਿਟੀਜ਼। ਸੇ ਬਿਫੋਰ ਮੈਂ ਪੋਲਿਟਿਕਸ ਵਿੱਚ ਆਇਆ, ਮੈਂ ਆਲਰੇਡੀ ਇੱਥੇ ਜਿਹੜੇ ਵੱਡੇ ਵੱਡੇ ਕਮਿਸ਼ਨਸ ਬਣੇ ਹੋਏ ਨੇ, ਕਮਿਸ਼ਨ ਆਫ ਸਿਟੀ ਪਲਾਨ ਜਾਂ ਜਿਹੜਾ ਡਿਵੈਲਪਮੈਂਟ ਦਾ ਬੋਰਡ ਇੱਥੇ ਦਾ ਬਣਿਆ, ਉਹਦੇ 'ਚ ਮੈਂ ਹੁਣ ਵੀ ਮੈਂਬਰ ਹੈਗਾ, ਬੋਰਡ ਆਫ ਡਾਇਰੈਕਟਰ ਵਿੱਚ ਵੀ ਹੈਗਾ, ਅਤੇ ਹੋਰ ਵੀ ਮੈਂ ਸਿਟੀ ਦੇ ਵਿੱਚ ਕਈ ਤਰ੍ਹਾਂ ਸੇਵਾ ਆਪਣੀਆਂ ਨਿਭਾ ਰਿਹਾ। ਬਟ ਮੈਨੂੰ ਇੱਥੇ ਦੇ ਲੋਕਾਂ ਨੇ ਕਿਹਾ ਵੀ ਅਸੀਂ ਚਾਹੁੰਦੇ ਹਾਂ ਵੀ ਤੂੰ ਰਿਪਰੈਜ਼ੈਂਟ ਕਰੇ ਸਾਡੀ ਸਿਟੀ। ਸੋ 2 ਸਾਲ ਪਹਿਲੇ ਵੀ ਮੈਂ ਇਲੈਕਸ਼ਨ ਲੜਿਆ ਸੀ ਬੋਰਡ ਆਫ ਐਜੂਕੇਸ਼ਨ ਦੀ, ਜੋ ਕਿ ਇੱਕ ਇਲੈਕਟਿਡ ਪੋਜੀਸ਼ਨ ਹੈਗੀ ਹੈ ਕਨੈਟੀਕਟ ਦੇ ਵਿੱਚ। ਸੋ ਮੈਂ ਉਹਦੇ ਵਿੱਚ ਇਸ ਟਾਈਮ ਸਰਵ ਕਰ ਰਿਹਾ। ਪਰ ਐਤਕੀ ਮੈਨੂੰ ਇੱਥੇ ਦੇ ਹੀ ਲੋਕਾਂ ਨੇ ਕਿਹਾ, ਜੋ ਕਿ ਕਹਿ ਲਓ ਵੀ ਆਪਣੇ ਲੋਕ ਤਾਂ ਇੱਥੇ ਘੱਟ ਨੇ, ਪਰ ਉਹਨਾਂ ਤੋਂ ਇੰਨਾ ਹੁੰਗਾਰਾ ਮਿਲਿਆ, ਉਹ ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਵੀ ਨਾਓ ਯੂ ਆਰ ਰੈਡੀ ਫॉर ਸਿਟੀ ਕਾਊਂਸਲ ਐਂਡ ਯੂ ਸ਼ੁੱਡ ਡੈਫੀਨੇਟਲੀ ਰਨ ਫॉर ਇਟ। ਉਹ ਤਾਂ ਚਾਹੁੰਦੇ ਨੇ ਵੀ ਅਸੀਂ ਸਟੇਟ ਸੈਨੇਟਰ ਦੀ ਲੜੀਏ ਜਾਂ ਕੋਈ ਕਾਂਗਰਸਮੈਨ ਦੀ ਲੜੀਏ, ਬਟ ਆਫ ਕੋਰਸ ਹੌਲੀ ਹੌਲੀ ਹੀ ਕਦਮ ਚੁੱਕਣੇ ਚਾਹੀਦੇ ਨੇ। ਅਤੇ ਇਸ ਸਾਲ ਮੈਨੂੰ ਡੈਮੋਕ੍ਰੇਟ ਪਾਰਟੀ ਨੇ ਐਜ਼ ਅ ਇੰਡੋਰਸ ਕੈਂਡੀਡੇਟ ਐਲਾਨਿਆ, ਅਤੇ 2 ਨਵੰਬਰ ਨੂੰ ਇਲੈਕਸ਼ਨ ਹੈ। ਸੋ ਜਿਹੜੇ ਸਾਡੇ ਸਿੱਖ ਭੈਣ ਭਰਾ ਜਾਂ ਤੁਹਾਡੇ ਵਿਊਅਰਸ ਵੀ ਇੱਥੇ ਆਉਣਾ ਚਾਹੁੰਦੇ ਨੇ ਨਾਰਵਿਚ ਵਿੱਚ, ਉਸ ਦਿਨ ਸਾਨੂੰ ਵਲੰਟੀਅਰਸ ਦੀ ਵੀ ਬੜੀ ਲੋੜ ਹੈ, ਅਤੇ ਜ਼ਰੂਰ ਆਉਣ। 6 ਪੋਲਿੰਗ ਪਲੇਸਿਸ ਹੈਗੇ ਨੇ, ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਇਲੈਕਸ਼ਨ ਚੱਲਣੀ ਹੈ, ਅਤੇ ਉਹਦੇ ਵਿੱਚ ਆ ਕੇ ਜ਼ਰੂਰ ਸਪੋਰਟ ਵੀ ਕਰਨ ਸਾਡੀ। ਸੋ ਵਾਟ ਇਸ਼ੂਜ਼ ਯੂ ਆਰ ਬ੍ਰਿੰਗਿੰਗ ਇਨ ਸਿਟੀ ਹਾਲ? ਦੇਖੋ, ਇਸ਼ੂਜ਼ ਇੱਕ ਤਾਂ ਹੈਗਾ ਪਬਲਿਕ ਸੇਫਟੀ ਇਸ਼ੂ, ਵਿਚ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਕੋਵਿਡ ਤੋਂ ਬਾਅਦ ਤੁਸੀਂ ਵੀ ਦੇਖਿਆ ਹੋਣਾ ਵੀ ਕ੍ਰਾਈਮ ਰੇਟ ਵਧਿਆ, ਰੋਬਰੀਜ਼ ਵਧੀਆਂ ਨੇ, ਹੋਮ ਇਨਵੇਜ਼ਨਸ ਵਧੀਆਂ ਨੇ। ਸੋ ਇੱਕ ਇੰਪੋਰਟੈਂਟ ਫੈਕਟਰ ਹੈ ਵੀ ਸਿਟੀ ਦੀ ਐਂਟਰੈਂਸ ਅਤੇ ਐਗਜ਼ਿਟ 'ਤੇ ਸਾਡੇ ਕੋਲ ਕੈਮਰੇ ਹੋਣੇ ਚਾਹੀਦੇ ਨੇ, ਅਤੇ ਕੈਮਰੇ ਵੀ ਇਕੱਲੇ ਕੈਮਰੇ ਨਹੀਂ, ਸਾਡੇ ਕੋਲ ਪਲੇਟ ਰੀਡਰਸ ਕੈਮਰੇ ਹੋਣੇ ਚਾਹੀਦੇ ਨੇ। ਸੋ ਵੀ ਕੈਨ ਐਕਚੁਅਲੀ ਫਾਈਂਡ ਦ ਪਰਸਨ ਹੂ ਰੋਬਡ, ਕਿਉਂਕਿ ਕ੍ਰਾਈਮ ਤਾਂ ਰੁਕਣਾ ਨਹੀਂ, ਬਟ ਐਟਲੀਸਟ ਜੇ ਤੁਸੀਂ ਕ੍ਰਾਈਮ ਦਾ ਫੋਲੋ ਅਪ ਕਰ ਸਕੋ ਤਾਂ ਉਹਨੂੰ ਠੱਲ ਪੈ ਸਕਦੀ ਹੈ। ਸੋ ਇੱਕ ਇਹ ਇੰਪੋਰਟੈਂਟ ਇਸ਼ੂ ਹੈ। ਦੂਜਾ ਕਲਚਰਲ ਕੰਪੀਟੈਂਸੀ ਟ੍ਰੇਨਿੰਗ, ਉਹ ਵਨ ਆਫ ਦਾ ਇੰਪੋਰਟੈਂਟ ਇਸ਼ੂ ਹੈ ਵੀ ਜਿਹੜੇ ਸਿਟੀ ਦੇ ਇੰਪਲੋਇਜ਼ ਨੇ ਉਹਨਾਂ ਨੂੰ ਪਤਾ ਹੋਏ ਵੀ ਡਿਫਰੈਂਟ ਫੇਥ ਗਰੁੱਪਸ ਦੇ ਲੋਕ ਇੱਥੇ ਰਹਿੰਦੇ ਨੇ, ਤਾਂ ਜੋ ਉਹਨਾਂ ਨੂੰ ਇੱਕ ਸਲੀਕਾ ਪਤਾ ਹੋਏ ਲੋਕਾਂ ਨਾਲ ਕਿਵੇਂ ਗੱਲ ਕਰਨੀ ਹੈ। ਅਤੇ ਈਵਨ ਕਿ ਜਿਹੜੇ ਫਸਟ ਰਿਸਪੌਂਡਰਸ ਵੀ ਨੇ ਉਹਨਾਂ ਨੂੰ ਵੀ ਪਤਾ ਹੋਏ, ਹਾਂ ਵੀ ਜੇ ਗੁਰਦੁਆਰਾ ਸਾਹਿਬ ਹੈ ਤੁਹਾਡੀ ਕਮਿਊਨਿਟੀ ਦੇ ਵਿੱਚ, ਸਪੋਜ਼ ਕਰੋ ਉੱਥੇ ਕੋਈ ਮਿਸ ਹੈਪਨਿੰਗ ਹੋ ਜਾਏ, ਕੋਈ ਫਾਇਰ ਹੋ ਜਾਏ, ਤਾਂ ਉਹਨਾਂ ਨੂੰ ਵੀ ਪਤਾ ਹੋਏ ਕਿੱਦਾਂ ਇਸ ਸਿਚੁਏਸ਼ਨ ਨੂੰ ਹੈਂਡਲ ਕਰਨਾ। ਕਿਉਂਕਿ ਸਿੱਖਾਂ ਨੇ ਤਾਂ ਸਭ ਤੋਂ ਪਹਿਲਾਂ ਭਜਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸੇਫਟੀ ਦੇ ਲਈ। ਸੋ ਜੇ ਉਹਨਾਂ ਨੂੰ ਅੰਡਰਸਟੈਂਡਿੰਗ ਹੀ ਨਹੀਂ ਹੋਏਗੀ ਤੁਹਾਡੇ ਬਾਰੇ, ਤਾਂ ਉਹ ਐਸੀ ਚੀਜ਼ਾਂ ਨੂੰ ਸਮਝ ਨਹੀਂ ਪਾਉਣਗੇ। ਸੋ ਜਿਹੜੀ ਅਵੇਅਰਨੈਸ ਅਤੇ ਐਜੂਕੇਸ਼ਨ ਇਕੱਲੇ ਸਿੱਖਾਂ ਦੀ ਨਹੀਂ, ਸਾਡੇ ਹੋਰ ਵੀ ਇੱਥੇ ਡਿਫਰੈਂਟ ਕਮਿਊਨਿਟੀਜ਼ ਨੇ। ਚਾਈਨੀਜ਼ ਕਮਿਊਨਿਟੀ ਨੇ, ਪੀਰੂ ਤੋਂ ਬੜੇ ਲੋਕ ਇੱਥੇ ਰਹਿ ਰਹੇ ਨੇ, ਲਾਓ ਕਮਿਊਨਿਟੀ ਹੈ, ਉਹ ਤਾਂ ਸਾਰਿਆਂ ਦੇ ਸਾਂਝੇ ਮਸਲੇ ਨੇ। ਜਿਵੇਂ ਤੁਹਾਡੇ ਪ੍ਰੋਗਰਾਮ ਦਾ ਵੀ ਨਾਂ ਸਾਂਝੇ ਮਸਲੇ ਨੇ, ਇੱਥੇ ਵੀ ਨਾਰਵਿਚ ਦੇ ਵਿੱਚ ਵੀ ਸਾਂਝੇ ਹੀ ਮਸਲੇ ਨੇ ਸਾਰਿਆਂ ਦੇ। ਅਤੇ ਪਲੱਸ ਐਜੂਕੇਸ਼ਨ ਨੂੰ ਪ੍ਰੋਪਰਲੀ ਫੰਡ ਕਰਨਾ, ਉਹ ਇੱਕ ਇੰਪੋਰਟੈਂਟ ਹੈ। ਸਾਡੇ ਕੋਲ ਇੱਕ ਬੜਾ ਵੱਡਾ ਪ੍ਰੋਜੈਕਟ ਆ ਰਿਹਾ, ਸਕੂਲ ਕੰਸੋਲੀਡੇਸ਼ਨ ਪ੍ਰੋਜੈਕਟ। ਸੋ ਉਹਦੇ 'ਤੇ ਮੇਰੀ ਕੋਸ਼ਿਸ਼ ਰਹੇਗੀ, ਕਿਉਂਕਿ ਮੈਂ ਬੋਰਡ ਆਫ ਐਜੂਕੇਸ਼ਨ ਵਿੱਚ ਰਿਹਾ ਅਤੇ ਮੈਨੂੰ ਆਲਰੇਡੀ ਐਕਸਪੀਰੀਅੰਸ ਵੀ ਹੈ। ਸੋ ਮੈਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਕੇ ਉਹਨੂੰ ਇੰਪਲੀਮੈਂਟ ਕਰ ਸਕਾਂ। ਸੋ ਇਸ ਟਾਈਪ ਦੇ ਕਮਿਊਨਿਟੀਜ਼ ਦੇ ਵਿੱਚ ਜਿਹੜਾ ਇੱਕ ਹੋਰ ਇੰਪੋਰਟੈਂਟ ਮਸਲਾ ਹੈ ਬਈ ਰੀਕ੍ਰੀਏਸ਼ਨਲ ਐਕਟੀਵਿਟੀਜ਼ ਲਈ ਸਪੇਸਿਸ ਨੂੰ ਕ੍ਰੀਏਟ ਕਰਨਾ, ਅਤੇ ਈਵਨ ਕਿ ਇਨਡੋਰ ਸਪੇਸਿਸ ਕ੍ਰੀਏਟ ਕਰਨੀਆਂ, ਉਹ ਵੀ ਬੜਾ ਇੰਪੋਰਟੈਂਟ ਹੈ ਬਈ ਸਾਡੇ ਕੋਲ ਕਮਿਊਨਿਟੀ ਦੇ ਲਈ ਇਨਡੋਰ ਪਲੇਸਿਸ ਹੋਣ। ਕਿਉਂਕਿ ਇੱਥੇ ਤੁਹਾਨੂੰ ਪਤਾ ਠੰਡਾ ਇਲਾਕਾ, ਸੋ ਜਿਹੜੇ ਗਰਮੀਆਂ ਦੇ ਦਿਨ ਘੱਟ ਨੇ, ਸੋ ਜਿਹੜੇ ਇਨਡੋਰ ਪਲੇਸਿਸ ਨੂੰ ਕ੍ਰੀਏਟ ਕਰਨਾ, ਕਮਿਊਨਿਟੀ ਸੈਂਟਰ ਬਣਾਉਣਾ, ਉਹ ਇੱਕ ਬੜਾ ਇੰਪੋਰਟੈਂਟ ਇਸ਼ੂ ਹੈਗਾ ਇਸ ਟਾਈਮ ਇੱਥੇ ਦਾ। ਬਿਲਕੁਲ। ਸੋ ਸਵਰਨਜੀਤ ਸਿੰਘ ਖਾਲਸਾ ਹੋਰਾਂ ਨੇ ਜਿਹੜਾ ਹੁਣ ਸਿਟੀ ਕੌਂਸਲ ਦੇ ਵਿੱਚ ਜਾਣ ਦਾ ਆਪਣਾ ਫੈਸਲਾ ਲਿੱਤਾ, ਉਹਨਾਂ ਨੇ ਕਿਹਾ ਕਿ ਜਿਹੜੇ ਮਸਲੇ ਨੇ ਉਹ ਸਾਂਝੇ ਨੇ, ਇਸ ਕਰਕੇ ਸਾਨੂੰ ਹੁਣ ਸਿਟੀ ਹਾਲ ਦੇ ਵਿੱਚ ਵੀ ਆਪਣੀ ਰਿਪਰੈਜ਼ੈਂਟੇਸ਼ਨ ਦੇਣੀ ਪੈਂਦੀ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ 2 ਨਵੰਬਰ ਨੂੰ ਜਿਹੜੀ ਹੈ ਚੋਣਾਂ ਹੋਣਗੀਆਂ ਸਿਟੀ ਆਫ ਨਾਰਵਿਚ ਦੇ ਵਿੱਚ। 12 ਕੈਂਡੀਡੇਟ ਜਿਹੜੇ ਨੇ ਉਹ 2 ਵੱਖ-ਵੱਖ ਪਾਰਟੀਆਂ ਦੇ ਮੈਦਾਨ ਦੇ ਵਿੱਚ ਨੇ। ਰਿਪਬਲਿਕਨ ਪਾਰਟੀ ਸਾਈਡ ਤੋਂ 6 ਕੈਂਡੀਡੇਟ ਨੇ, ਅਤੇ ਉੱਥੇ ਡੈਮੋਕ੍ਰੈਟ ਤੋਂ ਵੀ 6 ਜਿਹੜੇ ਕੈਂਡੀਡੇਟਸ ਨੇ ਮੈਦਾਨ ਦੇ ਵਿੱਚ ਨੇ। ਡੈਮੋਕ੍ਰੈਟ ਪਾਰਟੀ ਨੂੰ ਸੰਬੰਧ ਰੱਖਦੇ ਹੋਏ ਸਵਰਨਜੀਤ ਸਿੰਘ ਖਾਲਸਾ ਹੁਣ ਮੈਦਾਨ ਦੇ ਵਿੱਚ ਨੇ। ਖੈਰ ਉਹ ਨਤੀਜੇ ਸਾਹਮਣੇ ਆਉਣਗੇ, ਪਰ ਜਿਹੜਾ ਇੱਥੇ ਦਾ ਸਿਟੀ ਹਾਲ ਹੈ ਔਰ ਜਿਹੜੇ ਮੇਅਰ ਨੇ
ਉਹਨਾਂ ਨਾਲ ਵੀ ਅਸੀਂ ਰਾਬਤਾ ਕਰਨਾ ਚਾਹੁੰਦੇ ਹਾਂ। ਉਹ ਵੀ ਬਕਾਇਦਾ ਤੌਰ 'ਤੇ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਤਹਿਤ ਗੱਲ ਕਰਨਗੇ ਕਿ ਕਿਵੇਂ ਸਿੱਖੀ ਨੂੰ ਇੱਥੇ ਅਵੇਅਰ ਕੀਤਾ ਗਿਆ ਔਰ ਇੱਥੇ ਕੋਈ ਵੀ ਜਗ੍ਹਾ ਨਹੀਂ ਹੈਗੀ ਹੇਟ ਕ੍ਰਾਈਮ ਦੀ। ਉਹ ਬਕਾਇਦਾ ਤੌਰ 'ਤੇ ਜਿਹੜੇ ਮੇਅਰ ਨੇ ਉਹ ਵੀ ਦੱਸਣਗੇ। ਫਿਲਹਾਲ ਇੱਕ ਬ੍ਰੇਕ ਲਈ ਮੈਂ ਇੱਥੇ ਰੁਕ ਰਿਹਾ। ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ ਸਿਟੀ ਆਫ ਨਾਰਵਿਚ ਦੇ ਮੇਅਰ ਦੇ ਨਾਲ ਵੀ ਰਾਬਤਾ ਕਰਾਂਗੇ ਅਤੇ ਨਾਲ ਹੀ ਸੁਰਨਜੀਤ ਸਿੰਘ ਖਾਲਸਾ ਹੋਰਾਂ ਤੋਂ ਜਾਣਾਂਗੇ ਕਿਵੇਂ ਇਹਨਾਂ ਨੂੰ ਕੀਤਾ ਜਾ ਸਕਦਾ ਹੈ ਹੋਰ ਵੀ ਸਿਟੀਜ਼ ਦੇ ਵਿੱਚ ਇੰਪਲੀਮੈਂਟ, ਕਿਉਂਕਿ ਇਹ ਮਸਲੇ ਜਿਹੜੇ ਨੇ ਇਹ ਸਾਂਝੇ ਨੇ, ਇਹ ਸਾਡੇ ਨੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਂਝੇ ਮਸਲੇ ਵੌਇਸ ਆਫ NRI ਇਸ ਪ੍ਰੋਗਰਾਮ ਦੇ ਤਹਿਤ। ਕੋਸ਼ਿਸ਼ ਹੋ ਰਹੀ ਹੈ ਸਿਟੀ ਆਫ ਨਾਰਵਿਚ ਦੇ ਵਿੱਚ ਸੁਰਨਜੀਤ ਸਿੰਘ ਖਾਲਸਾ ਬਾਰੇ ਜਾਣਨ ਦੀ। ਅਤੇ ਆਹ ਜਿਹੜੀ ਤੁਸੀਂ ਬਿਲਡਿੰਗ ਸਾਡੇ ਪਿੱਛੇ ਵੇਖ ਰਹੇ ਹੋ ਇਹ ਸਿਟੀ ਹਾਲ ਹੈ ਜੋ ਕਿ 1873 ਦੇ ਵਿੱਚ ਇੱਥੇ ਜਿਹੜੀ ਹੈਗੀ ਹੈ ਸੁਸ਼ੋਭਿਤ ਹੋਈ ਸੀ। ਅਤੇ ਤੁਸੀਂ ਵੇਖ ਸਕਦੇ ਹੋ ਕਿ ਇਸ ਇਤਿਹਾਸਕ ਬਿਲਡਿੰਗ ਦੇ ਵਿੱਚ ਹੁਣ ਸੁਰਨਜੀਤ ਸਿੰਘ ਖਾਲਸਾ ਹੋਰਾਂ ਨੇ ਪਹੁੰਚਣਾ ਹੈ ਔਰ ਜਿਹੜੇ ਸਿਟੀ ਆਫ ਨਾਰਵਿਚ ਦੇ ਸਾਂਝੇ ਮਸਲੇ ਨੇ ਉਹ ਸਾਂਝੇ ਮਸਲੇ ਇਹਨਾਂ ਨੇ ਇਸ ਬਿਲਡਿੰਗ ਦੇ ਵਿੱਚ ਲੈ ਕੇ ਜਾਣੇ ਆ। ਬਕਾਇਦਾ ਤੌਰ 'ਤੇ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਸੈਟਅਪ ਹੋਇਆ ਜਿੱਥੇ ਤੁਹਾਨੂੰ ਸਨੋਫਾਲ ਔਰ ਕ੍ਰਿਸਮਸ ਵਿਖਾਈ ਜਾ ਰਹੀ ਹੈ। ਪਤਾ ਸੀਗਾ ਸਿਟੀ ਹਾਲ ਨੂੰ ਕਿ ਜਸ ਪੰਜਾਬੀ ਨੇ ਇੱਥੇ ਆਉਣਾ ਹੈ ਅਤੇ ਉਹਨਾਂ ਨੇ ਸਪੈਸ਼ਲ ਬਕਾਇਦਾ ਤੌਰ 'ਤੇ ਇਹ ਤਿਆਰੀ ਜਿਹੜੀ ਕਰਕੇ ਰੱਖੀ ਹੋਈ ਹੈ ਕਿਉਂਕਿ ਇੱਥੇ ਇਸ ਇਤਿਹਾਸਿਕ ਬਿਲਡਿੰਗ ਦੇ ਵਿੱਚ ਕਈ ਸਾਰੀ ਸ਼ੂਟਿੰਗਸ ਹੁੰਦੀ ਹੈ ਤਾਂ ਇਸ ਕਰਕੇ ਜਿਹੜਾ ਇੰਤਜ਼ਾਮ ਕੀਤਾ ਗਿਆ। ਪਰ ਸਾਂਝੇ ਮਸਲੇ ਕੀ ਨੇ ਔਰ ਸਿਟੀ ਹਾਲ ਦੇ ਵਿੱਚ ਅਸੀਂ ਜਿਹੜੇ ਮਸਲੇ ਲੈ ਕੇ ਜਾਣੇ ਹੈ ਉਹ ਇਹਨਾਂ ਨੇ ਸਾਨੂੰ ਦੱਸਤੇ। ਇੰਪਲੀਮੈਂਟੇਸ਼ਨ ਵੀ ਅਸੀਂ ਇੱਥੇ ਸਿਟੀ ਆਫ ਨਾਰਵਿਚ ਦੇ ਵਿੱਚ ਵੇਖ ਲਈ। ਪਬਲਿਕ ਸੇਫਟੀ ਦੀ ਇਹਨਾਂ ਨੇ ਗੱਲ ਕੀਤੀ ਗਈ। ਐਜੂਕੇਸ਼ਨ ਬੋਰਡ ਦੇ ਓਫੀਸ਼ੀਅਲੀ ਪਹਿਲੇ ਮੈਂਬਰ ਨੇ ਸਿੱਖ ਕਮਿਊਨਿਟੀ ਤੋਂ ਜੋ ਰਿਪਰੈਜ਼ੈਂਟ ਕਰ ਰਹੇ ਨੇ ਐਜੂਕੇਸ਼ਨ ਬੋਰਡ ਦੇ ਵਿੱਚ। ਹੁਣ ਜੇਕਰ ਇਹ ਚੋਣ ਜਿੱਤਦੇ ਹਨ ਇਟ ਵਿਲ ਬੀ ਫਸਟ ਟਾਈਮ ਇਨ ਦੀ ਹਿਸਟਰੀ ਆਫ state Connecticut that first Sikh representative will be recognized and will be acknowledged in City Hall as a council member. Why it is important, ਸੁਰਨਜੀਤ ਸਿੰਘ ਜੀ, ਹੁਣ ਜਿਹੜੀ ਸਾਡੀ ਨਵੀਂ ਪਨੀਰੀ ਹੈ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਉਹ ਕਿਵੇਂ ਅਮਰੀਕਨ ਪੋਲੀਟਿਕਸ ਦੇ ਵਿੱਚ ਜਾ ਕੇ ਇਨਵੋਲਵ ਹੋ ਸਕਦੇ ਆ, ਕਿਵੇਂ ਬੇਸ ਬਣਾ ਸਕਦੇ ਆ ਔਰ ਉਸ ਇੰਪਲੀਮੈਂਟੇਸ਼ਨ ਨੂੰ ਕਿਵੇਂ ਪੂਰਾ ਕਰ ਸਕਦੇ ਆ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਵੀ ਸਾਨੂੰ ਰੂਟ ਲੈਵਲ 'ਤੇ ਕੰਮ ਕਰਨਾ ਪੈਣਾ। ਠੀਕ ਹੈ ਨਾ, ਅਸੀਂ ਆਪਣੀ ਸਿਟੀਜ਼ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਸਟੇਟਾਂ ਦੇ ਵਿੱਚ ਸਾਰੇ ਪਾਸੇ ਬਹੁਤ ਕੰਮ ਕਰ ਰਹੇ ਹਾਂ, ਬਟ ਇੱਕ ਸਿਸਟਮ ਦੇ ਵਿੱਚ ਰਹਿ ਕੇ ਕੰਮ ਕਰਨਾ ਉਹਦੀ ਸਾਨੂੰ ਜਾਂਚ ਸਿੱਖਣੀ ਪਏਗੀ ਅਤੇ ਲੋਕਾਂ ਦੇ ਨਾਲ ਮਿਲ ਕੇ ਕੰਮ ਕਰਨਾ, ਇੱਥੇ ਦੀ ਕਮਿਊਨਿਟੀਜ਼ ਦੇ ਨਾਲ, ਉਸ ਇੱਕ ਬੜਾ ਇੰਪੋਰਟੈਂਟ ਫੈਕਟਰ ਹੈਗਾ। ਸੋ ਜਿਹੜੇ ਤੇ ਕਹਿ ਲਓ ਵੀ ਸਿੱਖ ਇਤਿਹਾਸ ਦੀ ਜਾਣਕਾਰੀ ਰੱਖਦੇ ਨੇ ਉਹਨਾਂ ਨੂੰ ਮੈਂ ਕਹਾਂਗਾ ਜਿਹੜੇ ਇੰਟਰਫੇਥ ਕਮਿਊਨਿਟੀਜ਼ ਦੇ ਸੈਟਅਪ ਬਣੇ ਹੁੰਦੇ ਨੇ ਵੱਖਰੀ ਸਿਟੀਜ਼ ਵਿੱਚ, ਵੱਖਰੀਆਂ ਔਰਗਨਾਈਜੇਸ਼ਨਸ ਬਣੀਆਂ ਹੁੰਦੀਆਂ, ਉਹਦਾ ਆਪਣੇ ਆਪ ਨੂੰ ਪਾਰਟ ਬਣਾਉਣ। ਜਿਹੜੀਆਂ ਕੋਈ ਕਮਿਊਨਿਟੀ ਦੇ ਇਸ਼ੂਜ਼ ਨੂੰ ਰੇਜ਼ ਕਰਦੀਆਂ ਨੇ ਆਰਗੇਨਾਈਜੇਸ਼ਨ ਜਾਂ ਜਿਹੜੇ ਸਿਵਿਕ ਗਰੁੱਪਸ ਨੇ, ਰੋਟਰੀ ਹੋ ਗਿਆ, ਲਾਇਨਸ ਕਲੱਬ ਹੋ ਗਿਆ, ਜਿਹੜੇ ਵੈਲ ਰਿਕੋਗਨਾਈਜ਼ ਨੇ, ਉਹਦੇ ਵਿੱਚ ਆਪਣੀ ਸ਼ਮੂਲੀਅਤ ਕਰਨ, ਉਹਨਾਂ ਨਾਲ ਮਿਲ ਕੇ ਆਪਣੇ ਪ੍ਰੋਗਰਾਮ ਸ਼ੁਰੂ ਕਰਨੇ। ਜਿਵੇਂ ਅਸੀਂ ਇੱਥੇ ਇੱਕ ਕਲਚਰਲ ਡੇ ਸੈਲੀਬ੍ਰੇਟ ਕਰੀਦਾ ਰੋਟਰੀ ਕਲੱਬ ਨਾਲ ਮਿਲ ਕੇ, ਸੋ ਉੱਥੇ ਅਸੀਂ ਆਪਣਾ ਵੀ ਬੂਥ ਲਾਈਦਾ, ਦਸਤਾਰਾਂ ਵੀ ਸਜਾਈ ਦੀਆਂ ਸਾਰਿਆਂ ਨੂੰ, ਅਤੇ ਉਹ ਇੱਕ ਅਵੇਅਰਨੈਸ ਬਣਦੀ ਹੈ। ਪਲੱਸ ਤੁਹਾਡੀ ਇੱਕ ਫਾਊਂਡੇਸ਼ਨ ਬਣਨੀ ਸ਼ੁਰੂ ਹੋ ਜਾਂਦੀ ਹੈ ਸ਼ਹਿਰ ਦੇ ਵਿੱਚ। ਸੋ ਇਹ ਕੰਮ ਓਵਰਨਾਈਟ ਨਹੀਂ ਹੁੰਦੇ, ਤੁਹਾਨੂੰ ਇੱਕ ਮੈਂ ਕਹਿੰਦਾ ਵੀ ਚਾਲ ਦੇ ਉੱਤੇ ਸਲੋ ਐਂਡ ਸਟੈਡੀ ਚੱਲਣਾ ਪੈਂਦਾ ਤਾਂ ਜੋ ਤੁਸੀਂ ਆਪਣੇ ਆਪ ਨੂੰ ਫਸਟ ਆਫ ਆਲ ਰੈਕੋਗਨਾਈਜ਼ ਕਰਾ ਸਕੋ ਵੀ ਤੁਸੀਂ ਇੱਥੇ ਰਹਿੰਦੇ ਹੋ, ਤੁਸੀਂ ਇੱਥੇ ਪਾਰਟੀਸਪੇਟ ਕਰਦੇ ਹੋ ਅਤੇ ਤੁਸੀਂ ਇੱਥੇ ਕੰਟਰੀਬਿਊਟ ਕਰਦੇ ਹੋ, ਜੋ ਕਿ ਅਸੀਂ ਆਲਰੇਡੀ ਕਰ ਰਹੇ ਹਾਂ, ਬਟ ਸਾਨੂੰ ਸਿਸਟਮ ਦੇ ਵਿੱਚ ਰਹਿ ਕੇ ਕੰਮ ਕਰਨ ਦੀ ਲੋੜ ਹੈ। ਬਾਕੀ ਜਿੱਥੇ ਤੁਸੀਂ ਸਿਟੀ ਹਾਲ ਦੀ ਗੱਲ ਕੀਤੀ ਹੈ ਵੀ ਇੱਕ ਇਤਿਹਾਸਕ ਬਿਲਡਿੰਗ ਹੈ ਅਤੇ ਆਲ ਅਰਾਊਂਡ ਦਾ ਡਾਊਨਟਾਊਨ, ਅਸੀਂ ਡਾਊਨਟਾਊਨ ਨਾਰਵਿਚ ਵਿੱਚ ਬੈਠੇ ਹਾਂ, ਜਿਹਦਾ ਕਿ ਸਾਡਾ ਗੋਲ ਵੀ ਹੈਗਾ ਵੀ ਇਹਨੂੰ ਰੀਵਾਈਟਲਾਈਜ਼ ਕੀਤਾ ਜਾਵੇ, ਦੁਬਾਰਾ ਇੱਥੇ ਬਿਜ਼ਨਸਿਸ ਆਉਣ, ਦੁਬਾਰਾ ਹੋਰ ਇਹਨੂੰ ਬੂਮ ਕੀਤਾ ਜਾਵੇ ਇੱਥੇ ਦੀ ਇਕੋਨਮੀ ਨੂੰ, ਕਿਉਂਕਿ ਇੱਥੇ ਜਿਹੜਾ ਪ੍ਰੋਪਰਟੀ ਟੈਕਸ ਇਕੱਠਾ ਹੁੰਦਾ ਉਹ ਇੱਕ ਕੰਸੀਡਰੇਬਲ ਅਮਾਊਂਟ ਆਫ ਪ੍ਰੋਪਰਟੀ ਟੈਕਸ ਹੈ ਡਾਊਨਟਾਊਨ ਦੇ ਵਿੱਚ। ਸੋ ਇਹ ਵੀ ਇੱਕ ਬੁਨਿਆਦੀ ਮਸਲਾ ਹੈ। ਪਰ ਨਾਰਵਿਚ ਇਟਸੈਲਫ ਇਜ਼ ਅ ਵੈਰੀ ਹਿਸਟੋਰੀਕਲ ਪਲੇਸ। 1659 ਤੋਂ ਇਹ ਸ਼ਹਿਰ ਇਸਟੈਬਲਿਸ਼ ਹੋਇਆ ਸੀ। ਸੋ ਜੇ ਤੁਸੀਂ ਦੇਖੋ ਵੀ ਅਸੀਂ ਜੇ ਕੰਪੇਅਰ ਕਰੀਏ ਸਿੱਖ ਇਤਿਹਾਸ ਨਾਲ ਵੀ, ਅਤੇ ਸਾਡੇ ਗੁਰੂ ਸਾਹਿਬ ਦੇ ਟਾਈਮ ਦਾ ਇਹ ਸ਼ਹਿਰ ਹੈਗਾ ਅਤੇ ਅਜੇ ਵੀ ਇੱਥੇ ਇਸਟੈਬਲਿਸ਼ਡ ਹੈ ਅਤੇ ਇਟਸ ਡੂਇੰਗ ਪ੍ਰੀਟੀ ਗੁੱਡ। ਅਤੇ ਇੱਥੇ ਜਿਹੜੀਆਂ ਮਿਲਸ ਸਨ ਉੱਥੇ ਗਨਸ ਵੀ ਬਣਦੀਆਂ ਰਹੀਆਂ, ਪੂਰੇ ਅਮਰੀਕਾ ਦੇ ਵਿੱਚ ਸਪਲਾਈ ਹੁੰਦਾ ਸੀ। ਈਵਨ ਕਿ ਕਲੌਥ ਦੀਆਂ ਮਿਲਸ ਹੈਗੀਆਂ ਸੀ ਇੱਥੇ, ਉਹ ਵੀ ਬੜੇ ਚੱਲੀਆਂ। ਹੁਣ ਭਾਵੇਂ ਉੱਥੇ ਚੇਂਜ ਕਰਕੇ ਅਪਾਰਟਮੈਂਟ ਸੈਟਅਪ ਬਣ ਗਏ ਆ ਸਾਰੇ ਪਾਸੇ, ਬਟ ਮੇਰਾ ਕਹਿਣ ਦਾ ਇਹ ਮਤਲਬ ਹੈ ਵੀ ਤੁਹਾਨੂੰ ਆਪਣੇ ਜਿੱਥੇ ਰਹਿੰਦੇ ਹੋ ਉਹਦੀ ਵੀ ਨੌਲੇਜ ਲੈਣੀ ਬੜੀ ਜ਼ਰੂਰੀ ਹੈ।
ਸਿੱਖ ਇਤਿਹਾਸ ਦੀ ਵੀ ਨੌਲੇਜ ਜ਼ਰੂਰੀ ਹੈ, ਜਿੱਥੇ ਤੁਸੀਂ ਰਹਿੰਦੇ ਹੋ ਉਸ ਜਗ੍ਹਾ ਦੀ ਵੀ ਨੌਲੇਜ ਲੈਣੀ ਜ਼ਰੂਰੀ ਹੈ, ਤੇ ਕਮਿਊਨਿਟੀ ਦੇ ਵਿੱਚ ਵਿਚਰਨਾ ਬੜਾ ਜ਼ਰੂਰੀ ਹੈ। ਸੋ ਮੈਂ ਇਹ ਜ਼ਰੂਰ ਜਾਣਨਾ ਚਾਹਾਂਗਾ ਕਿ ਜਿਹੜੇ ਸਿਟੀ ਆਫ ਨਾਰਵੇਜ ਦੇ ਵਿੱਚ ਮੇਅਰ ਨੇ ਜਾਂ ਫਿਰ ਮੈਂ ਅਗਰ ਪਾਰਟੀ ਡੈਮੋਗ੍ਰਾਫ ਵੇਖਾਂ, ਸੋ ਇੱਥੇ ਡੈਮੋਕ੍ਰੈਟਸ ਸੈਨੇਟ ਦੇ ਵਿੱਚ ਵੀ ਨੇ ਸਟੇਟ ਆਫ ਕਨੈਕਟੀਕਟ ਦੇ ਵਿੱਚ, ਔਰ ਬਕਾਇਦਾ ਕਾਂਗਰਸਮੈਨ ਵੀ ਜਿਹੜੇ ਨੇ, ਜਿਵੇਂ ਤੁਸੀਂ ਦੱਸਿਆ ਕਿ ਡੈਮੋਕ੍ਰੇਟ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆ। ਅਤੇ ਕਿਉਂ ਜ਼ਰੂਰੀ ਹੋ ਗਿਆ ਸੀ ਇਸ ਪਾਰਟੀ ਨੂੰ ਜੁਆਇਨ ਕਰਨਾ, ਔਰ ਕਿਵੇਂ ਇਸ ਪਾਰਟੀ ਦੇ ਵਿੱਚ ਰਹਿ ਕੇ ਤੁਸੀਂ ਟਰਾਂਸਫੋਰਮੇਸ਼ਨ ਜਿਹੜੀ ਉਹ ਲਿਆ ਸਕਦੇ ਹੋ? ਆਫ ਕੋਰਸ ਕਨੈਟੀਕਟ ਡੈਮੋਕ੍ਰੈਟਿਕ ਸਟੇਟ ਮੰਨੀ ਜਾਂਦੀ ਹੈ, ਬੜੇ ਲੰਬੇ ਸਮੇਂ ਤੋਂ ਇੱਥੇ ਡੈਮੋਕ੍ਰੈਟਸ ਕਹਿ ਲਓ ਵੀ ਭਾਰੀ ਨੇ ਇੱਥੇ, ਬਟ ਹੌਲੀ ਹੌਲੀ ਮੈਂ ਦੇਖ ਰਿਹਾ ਵੀ ਆਲਮੋਸਟ 50% ਕੱਟ ਟੂ ਨੈਕ ਕੰਪੀਟੀਸ਼ਨ ਇੱਥੇ ਹੁੰਦਾ, ਭਾਵੇਂ ਰਿਪਬਲਿਕਨਸ ਹੋਣ ਭਾਵੇਂ ਡੈਮੋਕ੍ਰੇਟਸ ਹੋਣ। ਦੇਖੋ ਜਿਹੜਾ ਪਾਰਟੀ ਜੁਆਇਨ ਕਰਨ ਦਾ ਹੈਗਾ ਸਿਸਟਮ, ਉਹ ਮੈਂ ਸਮਝਦਾ ਇੱਕ ਇੰਡੀਵਿਜੂਅਲ ਦਾ ਆਪਣਾ, ਜਿੱਥੇ ਉਹਦਾ ਮਨ ਮੰਨਦਾ ਉਹਨੂੰ ਉੱਥੇ ਰਹਿਣਾ ਚਾਹੀਦਾ, ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ। ਜਿਹੜੇ ਇਸ਼ੂਜ਼ ਨੇ ਸਾਡੇ ਸਿੱਖਾਂ ਦੇ, ਉਹ ਤਾਂ ਸੇਮ ਹੀ ਰਹਿਣੇ ਨੇ, ਅਤੇ ਜਿਹੜੀ ਵੀ ਪਾਰਟੀ ਤੁਹਾਨੂੰ ਵੈਲਕਮ ਕਰੇ, ਪਲੈਟਫਾਰਮ ਦੇਵੇ ਆਪਣੀ ਗੱਲ ਕਰਨ ਦੀ, ਤੁਸੀਂ ਆਪਣੀ ਗੱਲ ਨੂੰ ਦਿਲ ਖੋਲ੍ਹ ਕੇ ਸਾਨੂੰ ਕਰਨਾ ਚਾਹੀਦਾ। ਅਤੇ ਦੂਸਰਾ ਗੱਲ, ਇੱਥੇ ਅਸੀਂ ਜਿਹੜਾ ਸਿਸਟਮ ਬਣਾਇਆ ਹੋਇਆ, ਸਾਡਾ ਸਾਰਿਆਂ ਨਾਲ ਹੀ ਪਿਆਰ ਹੈਗਾ, ਇੱਕ ਇਤਫਾਕ ਹੈਗਾ, ਕਿਉਂਕਿ ਉਹਨਾਂ ਨੂੰ ਪਤਾ ਵੀ ਹੈ ਜਿਹੜੇ ਸਿੱਖ ਨੇ ਕਮਿਊਨਿਟੀ ਹੈ, ਉਹ ਇੱਕ ਕੰਟਰੀਬਿਊਟ ਕਰਨ ਵਾਲੀ ਕਮਿਊਨਿਟੀ ਹੈ, ਉਹ ਸਿਟੀ ਨੂੰ ਕੰਟਰੀਬਿਊਟ ਕਰ ਰਹੀ ਹੈ। ਅਤੇ ਭਾਵੇਂ ਰਿਪਬਲਿਕਨ ਹੋਣ ਡੈਮੋਕ੍ਰੈਟ ਹੋਣ, ਜਦੋਂ ਐਜ਼ ਅ ਸਿੱਖ ਐਡਵੋਕੇਸੀ ਉਹਨਾਂ ਨਾਲ ਕਰੀ ਦੀ ਹੈ, ਜਾਂ ਜਦੋਂ ਸਿੱਖ ਐਡਵੋਕੇਟ ਅਸੀਂ ਉਹਨਾਂ ਨੂੰ ਮਿਲੀਦਾ, ਸਾਨੂੰ ਦੋਨੋਂ ਪਾਸਿਓਂ ਹੀ ਵਧੀਆ ਰਿਸਪੌਂਸ ਮਿਲਦਾ। ਮੇਰਾ ਪਾਰਟੀ ਚੂਜ਼ ਕਰਨ ਦਾ ਕਾਰਨ ਇਹ ਸੀ ਵੀ ਮੇਰੇ ਜ਼ਿਆਦਾ ਜਿਹੜੀ ਭਾਰੀ ਗਿਣਤੀ ਵਿੱਚ ਦੋਸਤ ਯਾਰ ਨੇ ਉਹ ਡੈਮੋਕ੍ਰੇਟ ਪਾਰਟੀ 'ਚ ਨੇ, ਅਤੇ ਆਲਰੇਡੀ ਇੱਕ ਪਾਰਟੀ ਨੇ ਤੁਹਾਨੂੰ ਇੰਨਾ ਮਾਣ ਸਤਿਕਾਰ ਦਿੱਤਾ ਹੋਏ ਸਟੇਟ ਲੈਵਲ 'ਤੇ, ਫੈਡਰਲ ਲੈਵਲ 'ਤੇ, ਅਤੇ ਤੁਹਾਡਾ ਵੀ ਫਰਜ਼ ਬਣਦਾ ਉਹਨਾਂ ਦੀ ਸਪੋਰਟ ਕਰੋ। ਈਵਨ ਕਿ ਜਿਹੜੇ ਨਾਰਵਿਚ ਦੇ ਮੇਅਰ ਨੇ, ਭਾਵੇਂ ਉਹ ਰਿਪਬਲਿਕਨ ਨੇ, ਪਰ ਮੇਰੀ ਉਹਨਾਂ ਨਾਲ ਵੀ ਦੋਸਤੀ ਯਾਰੀ ਚੰਗੀ ਹੈ, ਅਤੇ ਉਹ ਵੀ ਸਾਨੂੰ ਵੈਲਕਮ ਕਰਦੇ ਨੇ। ਅਤੇ ਉਹ ਪਹਿਲੇ ਮੇਅਰ ਨੇ ਪੂਰੇ ਅਮਰੀਕਾ ਦੇ, ਵਰਲਡ ਦਾ ਤਾਂ ਨਹੀਂ ਮੈਨੂੰ ਪਤਾ, ਜਿਨ੍ਹਾਂ ਨੇ ਨੌਨ ਸਿੱਖ ਹੋ ਕੇ ਆਪਣੇ ਆਫਿਸ ਦੇ ਵਿੱਚ ਕਿਰਪਾਨ ਵੀ ਸਜਾਈ ਹੋਈ ਹੈ, ਅਤੇ ਨਾਲ ਲਿਖਿਆ ਵੀ ਕਿਰਪਾਨ ਇਜ਼ ਅ ਆਰਟੀਕਲ ਆਫ ਫੇਥ, ਪਲੱਸ ਉਹਨਾਂ ਨੇ ਸਿੱਖ ਫਲੈਗ ਨਿਸ਼ਾਨ ਸਾਹਿਬ ਨੂੰ ਵੀ ਆਪਣੇ ਆਫਿਸ ਦੇ ਵਿੱਚ ਮਾਨ ਸਤਿਕਾਰ ਨਾਲ ਦੀਵਾਰ ਦੇ ਉੱਤੇ ਸੁਸ਼ੋਭਿਤ ਕੀਤਾ ਹੋਇਆ, ਤਾਂ ਕਿ ਜਿਹੜਾ ਵੀ ਉੱਥੇ ਜਾਵੇ ਉਹ ਸਿੱਖਾਂ ਬਾਰੇ ਸਮਝ ਸਕੇ। ਸੋ ਮੈਂ ਸਮਝਦਾ ਵੀ ਆਪਣੇ ਦੇ ਵਿੱਚ ਬੜੀ ਵੱਡੀ ਗੱਲ ਹੈ ਬਈ ਸਾਡੇ, ਮੈਨੂੰ ਨਹੀਂ ਲੱਗਦਾ ਵੀ ਸਾਡੇ ਸ਼ਾਇਦ ਆਪਣੇ ਵੀ ਜਿਹੜੇ ਇਨ ਪੋਜੀਸ਼ਨਸ ਦੇ ਉੱਤੇ ਲੋਕ ਨੇ, ਉਹਨਾਂ ਦੇ ਆਫਿਸਾਂ ਦੇ ਵਿੱਚ ਵੀ ਤੁਹਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਣ। ਸੋ ਬੜੀ ਇੱਕ ਮੈਂ ਸਮਝਦਾ ਵੀ ਖੁਸ਼ੀ ਹੁੰਦੀ ਹੈ ਸਾਨੂੰ ਵੀ ਅਸੀਂ ਆਪਣਾ ਜਿਹੜਾ ਮੈਸੇਜ ਸੀ, ਇੱਕ ਹਿਊਮੈਨਿਟੀ ਦਾ ਜਿਹੜਾ ਮੈਸੇਜ ਸੀ, ਉਹ ਅਸੀਂ ਇਸ ਪੱਧਰ ਤੱਕ ਲੈ ਗਏ ਹਾਂ ਬਈ ਇੱਥੇ ਦੇ ਜਿਹੜੇ ਇਲੈਕਟਿਡ ਅਫੀਸ਼ੀਅਲਸ ਨੇ, ਮੇਅਰ ਦੇ ਪੋਜੀਸ਼ਨ ਦੇ ਲੋਕ, ਉਹਨਾਂ ਨੇ ਵੀ ਆਪਣੇ ਆਫਿਸ ਦੇ ਵਿੱਚ ਸਾਡੇ ਜਿਹੜੇ ਕਹਿ ਲਓ ਵੀ ਇੰਪੋਰਟੈਂਟ ਫੇਥ ਦੀਆਂ ਜਿਹੜੀਆਂ ਚੀਜ਼ਾਂ ਨੇ, ਉਹਨੂੰ ਸੁਸ਼ੋਭਿਤ ਕੀਤਾ ਹੋਇਆ ਆਪਣੇ ਆਪ ਦੇ ਵਿੱਚ। ਬੜੀ ਵੱਡੀ ਗੱਲ ਹੈ। ਈਵਨ ਕਿ 1984 ਸਿੱਖ ਜੈਨੋਸਾਈਡ ਦੀ ਪਲੈਕ ਵੀ ਉਹਨਾਂ ਨੇ ਆਪਣੇ ਆਫਿਸ ਵਿੱਚ ਲਗਾਈ ਹੈ। ਬਿਲਕੁਲ। ਸੋ ਬਹੁਤ ਜ਼ਰੂਰੀ ਹੋ ਜਾਂਦਾ ਕਿ ਜਿਸ ਵੀ ਸਟੇਟ ਦੇ ਵਿੱਚ ਅਸੀਂ ਰਹਿੰਦੇ ਹਾਂ, ਉੱਥੇ ਦੇ ਗਵਰਨਰ, ਉੱਥੇ ਦੇ ਕਾਂਗਰਸਮੈਨ, ਉੱਥੇ ਦੇ ਸੈਨੇਟਰਸ, ਉੱਥੇ ਦੇ ਤੁਹਾਡੇ ਲੋਕਲ ਪੱਧਰ 'ਤੇ ਜਿਹੜੇ ਲੋਕ ਨੇ, ਭਾਵੇਂ ਤੁਹਾਡੇ ਕੌਂਸਲਮੈਨ ਹੈ, ਕੌਂਸਲ ਵੂਮਨ ਹੈ, ਉਹਨਾਂ ਨਾਲ ਅਸੀਂ ਰਾਬਤਾ ਕਰੀਏ। ਸੁਰਨਜੀਤ ਸਿੰਘ ਖਾਲਸਾ ਹੋਰਾਂ ਨੇ ਇੱਥੇ ਸਿਟੀ ਆਫ ਨਾਰਵਿਚ ਦੇ ਵਿੱਚ, ਸਟੇਟ ਕਨੈਕਟੀਕਟ ਦੇ ਵਿੱਚ ਜਿਹੜਾ ਇਹਨਾਂ ਨੇ ਐਗਜ਼ਾਮਪਲ ਸੈੱਟ ਕੀਤਾ, ਔਰ ਬਾਕਾਇਦਾ ਤੌਰ 'ਤੇ ਇਹਨਾਂ ਨੇ ਇਸ ਗੱਲ ਨੂੰ ਵੀ ਕਿਹਾ ਕਿ ਸਾਨੂੰ ਆਪ ਲੋਕਲ ਪੱਧਰ 'ਤੇ ਇਨਵੋਲਵ ਹੋਣਾ ਪਏਗਾ ਜੇਕਰ ਅਸੀਂ ਸਟੇਟ ਲੈਵਲ 'ਤੇ ਕੰਮ ਕਰਨਾ ਚਾਹੁੰਦੇ ਹਾਂ। ਸ਼ੁਰੂਆਤ ਜਿਹੜੀ ਹੈ ਉਹ ਲੋਕਲ ਗਵਰਨਰਸ ਤੋਂ ਹੁੰਦੀ ਹੈ। ਜਦ ਤੁਸੀਂ ਉਸ ਗਵਰਨਰਸ ਦਾ ਹਿੱਸਾ ਬਣਦੇ ਹੋ ਤਾਂ ਤੁਸੀਂ ਸਟੇਟ ਲੈਵਲ 'ਤੇ ਵੀ ਜਾ ਕੇ ਕੰਮ ਕਰ ਸਕਦੇ ਹੋ। ਹੁਣ ਗੱਲ ਇੱਥੇ ਆ ਜਾਂਦੀ ਹੈ ਕਿ ਅਸੀਂ ਆਪਣੀ ਰਿਲੀਜਨ ਨੂੰ, ਕਹਿਣ ਦਾ ਭਾਵ ਹੈ ਕਿ ਸਿੱਖ ਕਮਿਊਨਿਟੀ ਦੇ ਜਿਹੜੇ ਵੱਖ-ਵੱਖ ਕੰਮ ਨੇ, ਉਹਨਾਂ ਨੂੰ ਆਪਾਂ ਕਿਵੇਂ ਜਾ ਕੇ ਰਿਕੋਗਨਾਈਜ਼ ਕਰਾਈਏ, ਜਾਂ ਫਿਰ ਕੀ ਸਾਡੀ ਵਿਰਾਸਤ ਹੈ, ਸਾਡਾ ਹੈਰੀਟੇਜ ਕੀ ਹੈ, ਸਾਡੀ ਹਿਸਟਰੀ ਕੀ ਹੈ, ਉਹਦੇ ਬਾਰੇ ਵੀ ਰਿਕੋਗਨੀਸ਼ਨ ਜਿਹੜੀ ਉਹ ਕਰਾਈਏ। ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਜਦ ਸਿਟੀ ਆਫ ਨਾਰਵਿਚ ਦੇ ਵਿੱਚ ਇੱਥੇ ਦੇ ਜਿਹੜੇ ਮੇਅਰ ਨੇ, ਉਹ ਆਪਣੇ ਆਫਿਸ ਦੇ ਵਿੱਚ ਕਿਰਪਾਨ, ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਉਹਨਾਂ ਨੇ ਬਾਕਾਇਦਾ ਲਿਖਿਆ ਕਿ ਇਟਸ ਅ ਸਿੰਬਲ ਆਫ ਫੇਥ, ਔਰ ਬਾਕਾਇਦਾ ਤੌਰ ਦੇ ਉੱਤੇ ਨਿਸ਼ਾਨ ਸਾਹਿਬ ਜਿਹੜਾ ਉਹਨਾਂ ਨੇ ਲਾਇਆ ਹੋਇਆ। ਔਰ ਇੰਪੋਰਟੈਂਟ ਗੱਲ ਇੱਥੇ ਹੋ ਜਾਂਦੀ ਹੈ ਕਿ ਮਸਲੇ ਜਦ ਸਾਡੇ ਸਾਂਝੇ ਹੁੰਦੇ ਹਨ, ਉਹਨਾਂ ਨੂੰ ਅਸੀਂ ਜਾ ਕੇ ਆਪਣੇ ਕੌਂਸਲਮੈਨ ਨੂੰ, ਆਪਣੀ ਕੌਂਸਲ ਵੂਮਨ ਨੂੰ, ਆਪਣੇ ਅਸੈਂਬਲੀਮੈਨ ਨੂੰ, ਅਸੈਂਬਲੀ ਵੂਮਨ ਨੂੰ ਕਿਵੇਂ ਅਸੀਂ ਦੱਸੀਏ, ਕਿਵੇਂ ਉਹਨਾਂ ਨੂੰ ਕਹੀਏ ਕਿ ਆਹ ਸਾਡੇ ਮਸਲੇ ਨੇ, ਇਹਨਾਂ ਨੂੰ ਤੁਸੀਂ ਪੂਰਾ ਕਰੋ। ਅਤੇ ਕੋਸ਼ਿਸ਼ ਸਾਡੀ ਜਾਰੀ ਹੈ। ਕੌਂਸਲ ਵੂਮਨ ਬਾਕਾਇਦਾ ਤੌਰ 'ਤੇ ਸਿਟੀ ਆਫ ਨਾਰਵਿਚ ਦੇ, ਉਹ ਵੀ ਸਾਡੇ ਨਾਲ ਆਏ, ਉਹਨਾਂ ਨੇ ਵੀ ਸਾਡੇ ਨਾਲ ਗੱਲਬਾਤ ਕੀਤੀ। ਆਓ ਉਹਨਾਂ ਨੂੰ ਵੀ ਸੁਣ ਲੈਂਦੇ ਹਾਂ।
doing good, right? Yes, I'm doing fine. How are you? Very nice. So I have first Native American City Council from Norwich Town, Ella Mile. She's here and she's very excited, and she is again going to the community for the re-election. And definitely she will speak few words about Suranjit Singh Khalsa. He's also running for City Council. And we are here to cover City of Norwich, and we are talking about the community, how this community, the diversified community here in city of Norwich, making a difference and setting an example for different communities nationwide. So let me ask about, first of all, about the city of Norwich and of course Swaranjit Singh Khalsa. The city of Norwich is really diverse. More than 50% of the city is considered minority. So, myself being the first Native American in the history of the city to be elected, that was historical. And now we're looking to have our first Sikh elected to the city council. That's also a historic moment for the city of Norwich. It's tremendous. Our city is fantastic. Our residents they're wonderful, and I think by having a Native American and a Sikh on city council, I think it reflects the diversity that's here in our city. And I also feel very amazed to see, the kind of diversity here in city of Norwich, where, most of our audience are from Sikh community and they're watching you right now. And we can see a sign of hashtag Kaur, hashtag Dastar, hashtag Singh. How it makes a difference here in city of Norwich, because we can see there is no way we can have any kind of hate crime. There is no discrimination, and every time I'm walking on the streets, they are recognizing me that I have a turban on my head. It's about bringing the awareness. So if your residents don't know you're here in the city, I think by having the billboards and the events, it is about bringing awareness to the diversity that's here in the city. Having cultural occasions, festivals, the community meals that are done, I think that's a really, really important part to letting the citizens know about, one, the Sikh community and about what is out here in the city that they live in. ਬਿਲਕੁਲ, ਸੋ ਜਿੱਥੇ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਦੱਸ ਰਹੇ ਹਾਂ ਕਿ ਕਿਵੇਂ ਸਿਟੀ ਆਫ ਨਾਰਵਿਚ ਦੇ ਵਿੱਚ ਜਿਹੜੀ ਰਿਕੋਗਨੀਸ਼ਨ ਹੈ ਸਿੱਖ ਕਮਿਊਨਿਟੀ ਦੀ, ਉਹ ਇੱਥੇ ਦੱਸੀ ਜਾ ਰਹੀ ਹੈ। ਇੱਥੇ ਦੇ ਜਿਹੜੇ ਇਲੈਕਟਿਡ ਅਫੀਸ਼ੀਅਲਸ ਨੇ ਉਹ ਵੀ ਤੁਹਾਨੂੰ ਦੱਸ ਰਹੇ ਨੇ ਕਿ ਅਸੀਂ ਕਿੰਨਾ ਪਿਆਰ ਕਰਦੇ ਹਾਂ ਸਿੱਖ ਕੌਮ ਨੂੰ, ਔਰ ਉਹ ਕਿੰਨੀ ਜ਼ਰੂਰਤਮੰਦ ਕੌਮ ਹੈ ਸਾਡੇ ਲਈ ਇਸ ਟਾਊਨ ਦੇ ਵਿੱਚ। ਸਵਰਨਜੀਤ ਸਿੰਘ ਖਾਲਸਾ ਹੋਰਾਂ ਨੇ ਜਿੱਥੇ ਇਸ ਰਿਕੋਗਨੀਸ਼ਨ ਨੂੰ ਇੱਕ ਪੌੜੀ ਹੋਰ ਅੱਗੇ ਰੱਖਿਆ, ਉਹ ਇਹੀ ਚਾਹੁੰਦੇ ਹਨ ਕਿ ਇੱਥੇ ਜਦ ਅਸੀਂ ਜਿੱਤ ਕੇ ਸਾਹਮਣੇ ਆਵਾਂਗੇ ਤਾਂ ਵਾਕਈ ਹੀ ਜਿਹੜੀ ਸਿੱਖਾਂ ਦੀ ਹੋਰ ਪਹਿਚਾਣ ਹੈ ਉਹ ਸਾਹਮਣੇ ਆਏਗੀ। ਹੈਸ਼ਟੈਗ ਸਿੰਘ, ਹੈਸ਼ਟੈਗ ਕੌਰ, ਹੈਸ਼ਟੈਗ ਦਸਤਾਰ ਦੀ ਜਿਹੜੇ ਬਿਲਬੋਰਡਸ ਨੇ ਇਸੇ ਤਰੀਕੇ ਨਾਲ ਸਿਟੀ ਆਫ ਨਾਰਵਿਚ ਦੇ ਵਿੱਚ ਲੱਗਦੇ ਰਹਿਣਗੇ। ਸੋ ਪ੍ਰੋਗਰਾਮ ਦੇ ਤਹਿਤ ਸਵਰਨਜੀਤ ਸਿੰਘ ਖਾਲਸਾ ਹੋਰਾਂ ਨੇ ਦੱਸਿਆ ਕਿ ਕੀ ਸੀਗੇ ਸਾਡੇ ਸਾਂਝੇ ਮਸਲੇ, ਔਰ ਕਿਵੇਂ ਅਸੀਂ ਸਿਟੀ ਆਫ ਨਾਰਵਿਚ ਦੇ ਵਿੱਚ ਆਪਣੇ ਸਾਂਝੇ ਮਸਲੇ ਜਿਹੜੇ ਆ ਹੁਣ ਸਿਟੀ ਹਾਲ ਦੇ ਵਿੱਚ ਲੈ ਕੇ ਜਾਵਾਂਗੇ। ਔਰ ਜਦ ਲੈ ਕੇ ਜਾਵਾਂਗੇ ਉੱਥੇ ਸਿੱਖ ਐਕਨੋਲਜਮੈਂਟ ਦੀ ਗੱਲ ਵੀ ਹੋਏਗੀ, ਰਿਕੋਗਨੀਸ਼ਨ ਦੀ ਵੀ ਗੱਲ ਹੋਏਗੀ, ਅਵੇਅਰਨੈਸ ਦੀ ਵੀ ਗੱਲ ਹੋਏਗੀ, ਔਰ ਗੱਲ ਹੋਏਗੀ ਕਮਿਊਨਿਟੀਜ਼ ਦੇ ਮਸਲਿਆਂ ਬਾਰੇ ਵੀ। ਸਕੂਲ ਆਫ ਐਜੂਕੇਸ਼ਨ ਬੋਰਡ ਦੇ ਫਸਟ ਇਲੈਕਟਿਡ ਸਿੱਖ ਅਫੀਸ਼ੀਅਲ ਨੇ ਸਟੇਟ ਆਫ ਕਨੈਟੀਕਟ ਦੇ ਵਿੱਚ, ਔਰ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਿਟੀ ਆਫ ਨਾਰਵਿਚ ਦੇ ਵੋਟਰਸ ਨੇ ਇਹਨਾਂ ਨੂੰ ਵੋਟਾਂ ਪਾਈਆਂ ਤੇ ਫਸਟ ਇਲੈਕਟਿਡ ਸਿਟੀ ਕੌਂਸਲ ਦੇ ਵਿੱਚ ਜਾਣ ਵਾਲੇ ਕੌਂਸਲ ਮੈਨ ਹੋਣਗੇ, ਐਂਡ ਉਹ ਪ੍ਰਾਊਡ ਮੂਮੈਂਟ ਹੋਏਗੀ ਸਾਡੀ ਕਮਿਊਨਿਟੀ ਲਈ। ਜੇਕਰ ਤੁਸੀਂ ਵੀ ਆਪਣੇ ਸ਼ਹਿਰ ਦੇ ਵਿੱਚ ਕਰ ਰਹੇ ਹੋ ਅਜਿਹਾ ਕੰਮ, ਮੈਨੂੰ ਈਮੇਲ ਕਰ ਸਕਦੇ ਹੋ harkirat@justbroadcasting.com ਦੇ ਉੱਤੇ। ਅਸੀਂ ਵੀ ਆ ਕੇ ਦੱਸਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਹੋਰ ਲੋਕਾਂ ਨੂੰ ਮੋਟੀਵੇਟ ਕਰ ਸਕਦੇ ਹੋ। ਸਾਂਝੇ ਮਸਲੇ ਇਸ ਪ੍ਰੋਗਰਾਮ ਦੇ ਤਹਿਤ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਮੁੱਦਾ, ਹਰ ਇੱਕ ਮਸਲਾ, ਹਰ ਇੱਕ ਉਹ ਇਸ਼ੂ ਜਿਹੜਾ ਹੈ ਉਹ ਤੁਹਾਡੇ ਘਰਾਂ ਦੇ ਵਿੱਚ ਪਹੁੰਚਾਇਆ ਜਾ ਸਕੇ, ਭਾਵੇਂ ਉਹ ਕਿਸੇ ਦੀ ਇੰਸਪੀਰੇਸ਼ਨਲ ਸਟੋਰੀ ਹੋਏ, ਭਾਵੇਂ ਉਹ ਕੋਈ ਵੀ ਅਜਿਹਾ ਇਸ਼ੂ ਹੋਏ ਜੋ ਕਿ ਸਾਡੀ ਕਮਿਊਨਿਟੀ ਦੇ ਨਾਲ ਸੰਬੰਧਿਤ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕਈ ਹੋਰ ਵੀ ਅਜਿਹੇ ਇਸ਼ੂਜ਼ ਆਉਂਦੇ ਆ, ਜਸ ਪੰਜਾਬੀ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਤੁਹਾਡੇ ਘਰ ਦੇ ਵਿੱਚ ਲੈ ਕੇ ਆਏਗਾ ਸਾਂਝੇ ਮਸਲੇ, ਵੌਇਸ ਆਫ NRIs ਵਿਦ ਹਰਕੀਰਤ ਸਿੰਘ ਆਲੂਵਾਲੀਆ। ਸਾਡੇ ਕੈਮਰਾ ਸਾਈਡ ਤੇ ਸਾਡੇ ਡਾਇਰੈਕਟਰ ਬ੍ਰੌਡਕਾਸਟਿੰਗ ਦੀਪਕ ਤਿਮਾਨ ਹੋਰਾਂ ਦੇ ਨਾਲ ਜਸ ਪੰਜਾਬੀ ਦੇ ਲਈ ਵੇਖਦੇ ਰਹੋ ਇਹ ਪ੍ਰੋਗਰਾਮ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੈ ਕੇ ਆਵਾਂਗੇ ਤੁਹਾਡੇ ਲਈ ਸਾਂਝੇ ਮਸਲੇ। ਧੰਨਵਾਦ, ਸਤਿ ਸ੍ਰੀ ਅਕਾਲ।